ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਪ੍ਰੋਗਰਾਮ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਸੋਮਵਾਰ ਦਾ ਦਿਨ ਰਾਖਵਾਂ ਰੱਖਿਆ ਗੁਰਪ੍ਰੀਤ ਸਿੰਘ ਸੋਤਾ ਹੋਣਾ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਰੀ ਦੀ ਇਲੈਕਸ਼ਨ ਬਾਰੇ। ਸਰੀ ਦੇ ਵਿੱਚ ਮੇਅਰ ਕਿਵੇਂ ਬਣਨਾ, ਕੌਣ-ਕੌਣ ਅਨਾਉਂਸ ਕਰ ਚੁੱਕਾ, ਇਸ ਵੇਲੇ ਸਮੀਕਰਨ ਕੀ ਹੈ, ਇਹਦੇ ਬਾਰੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਅੱਜ ਅਸੀਂ ਗੱਲਬਾਤ ਕਰਨੀ ਆ ਹੋਮ ਇੰਸ਼ੋਰੈਂਸ ਬਾਰੇ। ਹੋਮ ਇੰਸ਼ੋਰੈਂਸ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਗੁਰਨੀਤ ਕੌਰ ਹੋਣਾ ਨਾਲ AMC ਇੰਸ਼ੋਰੈਂਸ ਤੋਂ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਕੁਝ ਬਹੁਤ ਹੀ ਮਹੱਤਵਪੂਰਨ ਨੁਕਤੇ ਤੁਹਾਡੇ ਨਾਲ ਸਾਂਝੇ ਕਰਨਗੇ ਕਿ ਹੋਮ ਇੰਸ਼ੋਰੈਂਸ ਦੇ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ। ਅੱਜ ਇੱਕ ਗੱਲਬਾਤ ਕਰਾਂਗੇ ਕੋਵਿਡ-19 ਬਾਰੇ। ਕੋਵਿਡ-19 ਖਤਮ ਹੋ ਚੁੱਕਿਆ ਪਰ ਇਹਦੇ ਅਸਰ ਕਹਿੰਦੇ ਬਹੁਤ ਲੰਬਾ ਸਮਾਂ ਲੋਕਾਂ ਦੇ ਉੱਤੇ ਰਹਿ ਰਿਹਾ, ਉਹ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੂਕਰੇਨ ਗਏ ਆ, ਕੀ ਗੱਲਬਾਤ ਹੋਈ ਆ, ਉਹ ਯੂਕਰੇਨ ਦੇ ਵਿੱਚ ਅਪਡੇਟ ਕੀ ਆ, ਕੀ ਅਨਾਊਂਸਮੈਂਟ ਇਸ ਵੇਲੇ ਹੋ ਰਹੀ ਆ, ਉਹ ਤੁਹਾਡੇ ਨਾਲ ਕੁਝ ਖਾਸ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। BC ਦੇ ਵਿੱਚ ਬਹੁਤ ਸਾਰੇ ਲੋਕ ਆਪਣਾ ਇਲਾਜ ਕਰਵਾਉਣ ਦੇ ਲਈ ਦੂਜੇ ਸੂਬਿਆਂ 'ਚ ਤੇ ਅਮਰੀਕਾ ਤੇ ਫਰਾਂਸ ਤੇ ਹੋਰ ਦੇਸ਼ਾਂ ਦੇ ਵਿੱਚ ਜਾਣਾ ਸ਼ੁਰੂ ਕਰ ਚੁੱਕੇ ਆ। ਇਹ ਕੀ ਮਾਮਲਾ ਆ, ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਟੋਰਾਂਟੋ ਦੇ ਵਿੱਚ ਇਲੈਕਸ਼ਨ ਹੋਣੀ ਆ, ਉਸ ਇਲੈਕਸ਼ਨ ਦੇ ਵਿੱਚ ਇਸ ਵੇਲੇ ਕਿਹੜੇ ਮੁੱਦੇ ਨੇ ਤੇ ਹੋਮ ਅਫੋਰਡੇਬਿਲਟੀ ਆ, ਹਾਊਸਿੰਗ ਦਾ ਮੁੱਦਾ ਕਿੰਨਾ ਕੁ ਇਸ ਵੇਲੇ ਅੱਗੇ ਆ ਰਿਹਾ, ਇਹ ਵੀ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅੱਜ ਚਰਚਾ ਦੇ ਵਿੱਚ ਆ ਉਹ ਇਹ ਆ ਕਿ ਕੋਵਿਡ-19 ਖਤਮ ਹੋ ਚੁੱਕਾ, ਪਰ ਕੋਵਿਡ-19 ਦੇ ਨਾਲ ਸੰਬੰਧਿਤ ਸਮੱਸਿਆਵਾਂ ਅਜੇ ਤੱਕ ਖਤਮ ਨਹੀਂ ਹੋ ਰਹੀਆਂ। ਲੋਅਰ ਮੇਨਲੈਂਡ ਦੀ ਇੱਕ ਕੰਪਨੀ ਜਿਹੜੀ ਇਸ ਵੇਲੇ ਇਹ ਹੈਲਪ ਕਰਨ ਦੇ ਲਈ ਤਿਆਰ ਆ ਲੋਕਾਂ ਦੇ ਲਈ ਜਿਨ੍ਹਾਂ ਨੂੰ ਲੌਂਗ ਕੋਵਿਡ ਦੇ ਸਿੰਪਟਮਸ ਤੋਂ ਜਿਹੜੇ ਪੀੜਤ ਨੇ। ਮਾਮਲਾ ਕੀ ਆ, ਕੋਵਿਡ ਹੋ ਗਿਆ, ਕੁਝ ਲੋਕਾਂ ਨੂੰ ਸਿੰਪਟਮ ਹੋਏ, ਕੁਝ ਲੋਕਾਂ ਨੂੰ ਸਿੰਪਟਮ ਨਹੀਂ ਹੋਏ, ਉਹਦੇ ਤੋਂ ਬਾਅਦ ਉਹ ਠੀਕ ਠਾਕ ਸਾਰਾ ਕੁਝ ਹੋ ਗਿਆ, ਆਪਣੇ ਕੰਮਾਂ ਕਾਰਾਂ 'ਤੇ ਜਾਣ ਲੱਗ ਪਏ। ਪਰ ਇੱਕ ਸਮੱਸਿਆ ਫੇਰ ਵੀ ਕੁਝ ਲੋਕਾਂ ਦੇ ਵਿੱਚ ਬਹੁਤ ਲੰਬਾ ਸਮਾਂ ਰਹਿੰਦੀ ਆ। ਉਹਨਾਂ ਦੇ ਵਿੱਚ ਕੁਝ ਸਿੰਪਟਮ ਕਈ ਵਾਰੀ ਕਈ ਮਹੀਨੇ ਸਾਲ ਤੱਕ ਵੀ ਉਹ ਸਿੰਪਟਮ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਆ, ਜਾਂ ਇੱਦਾਂ ਕਹਿ ਲਓ ਕੋਵਿਡ ਦਾ ਅਸਰ ਉਹਨਾਂ ਦੇ ਉੱਤੇ ਇੰਨਾ ਲੰਬਾ ਸਮਾਂ ਰਹਿੰਦਾ। ABI ਵੈਲਨੈਸ ਇੱਕ ਲੈਂਗਲੀ ਬੇਸਡ ਕੰਪਨੀ ਆ ਜਿਹੜੀ ਇੱਕ ਦੂਜੇ ਦੇ ਕੰਪਨੀ ਦੇ ਨਾਲ ਜੁੜ ਕੇ ਫ੍ਰੀ ਲੋਕਾਂ ਨੂੰ ਮਦਦ ਕਰ ਰਹੀ ਆ। ਜਿਹੜੇ 3 ਮਹੀਨੇ ਦਾ ਵਰਚੁਅਲ ਪ੍ਰੋਗਰਾਮ ਇੱਕ ਉਹ ਕਰ ਰਹੇ ਆ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਸਿੰਪਟਮ ਨੇ। ਉਹ ਕਹਿੰਦੇ ਅਸੀਂ ਨੋਟਿਸ ਕੀ ਕਰ ਰਹੇ ਹਾਂ ਕਿ ਜਿਹੜੀ ਤੁਹਾਡੀ ਇੱਕ ਬ੍ਰੇਨ ਦੇ ਉੱਤੇ ਇਹਦਾ ਅਸਰ ਪੈ ਰਿਹਾ ਇਸ ਚੀਜ਼ ਦਾ। ਜਿਹੜੀ ਇਸ ਹੈਲਥ ਦੇ ਐਕਸਪਰਟ ਉਹ ਦੱਸ ਰਹੇ ਆ ਕਿ ਇਹਨੂੰ ਸਮਝਣਾ ਥੋੜ੍ਹਾ ਜਿਹਾ ਔਖਾ ਆ, ਪਰ ਫਿਰ ਵੀ ਇਸ ਪ੍ਰੋਗਰਾਮ ਦੇ ਨਾਲ ਜਿਹੜੇ BC ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਉਹ ਤਿਆਰ ਨੇ ਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੀਆਂ ਕੋਈ ਸਮੱਸਿਆਵਾਂ ਹੈਗੀਆਂ ਤੇ ਉਹ ਆ ਕੇ ਗੱਲਬਾਤ ਕਰ ਸਕਦੇ ਆ। ਔਰ ਲੌਂਗ ਕੋਵਿਡ ਦੇ ਸਿੰਪਟਮ ਜਿਹੜੇ ਉਹ ਕਹਿੰਦੇ ਬੜੇ ਵੱਖਰੀ ਆ। ਇੱਕ ਬ੍ਰੇਨ ਫੌਗ ਦੱਸੀ ਜਾ ਰਹੀ, ਕੋਵਿਡ-19 ਬ੍ਰੇਨ ਫੌਗ ਇੱਕ ਟਰਮ ਆ, ਦਿਮਾਗ ਦੀ ਧੁੰਦ ਜਿਹਨੂੰ ਪੰਜਾਬੀ 'ਚ ਕਿਹਾ ਜਾਵੇ। ਉਹਦਾ ਮਤਲਬ ਕੀ ਆ, ਬ੍ਰੇਨ ਫੌਗ ਹੈ ਕਿ ਤੁਸੀਂ ਇਹਦੇ ਨਾਲ ਤੁਹਾਨੂੰ ਕਈ ਵਾਰੀ ਚੀਜ਼ਾਂ ਬਾਰੇ ਭੁੱਲਣਾ ਸ਼ੁਰੂ ਹੋ ਜਾਂਦਾ, ਤੁਹਾਡੀ ਮੈਂਟਲ ਕਲੈਰਿਟੀ ਨਹੀਂ ਰਹਿੰਦੀ ਕੁਛ ਚੀਜ਼ਾਂ ਬਾਰੇ, ਜਾਂ ਤੁਹਾਡੀ ਥਿੰਕਿੰਗ ਕਲੈਰਿਟੀ ਨਹੀਂ ਰਹਿੰਦੀ, ਤੁਸੀਂ ਸੋਚ ਨਹੀਂ ਸਕਦੇ। ਕਈ ਵਾਰੀ ਤੁਹਾਨੂੰ ਬੋਲਣ ਦੇ ਲਈ ਕੋਈ ਸ਼ਬਦ ਨਹੀਂ ਔੜਦਾ ਵੀ ਇੱਥੇ ਮੈਂ ਕਹਿਣਾ ਕੀ ਚਾਹੁੰਦਾ। ਕਈ ਵਾਰੀ ਤੁਸੀਂ ਕੋਈ ਚੀਜ਼ ਤੁਹਾਡੀ ਜ਼ੁਬਾਨ ਦੇ ਉੱਤੇ ਆਉਂਦੀ ਆ ਪਰ ਤੁਹਾਨੂੰ ਯਾਦ ਨਹੀਂ ਆਉਂਦੀ, ਸ਼ਬਦ ਨਹੀਂ ਲੱਭਦੇ। ਜਿਹੜੀ ਮਾਨਸਿਕ ਥਕਾਵਟ ਹੋ ਜਾਂਦੀ, ਮੈਂਟਲ ਫਟੀਗ ਹੋ ਜਾਂਦੀ ਆ। ਜਿਹੜਾ ਰੋਜ਼ ਦਾ ਤੁਸੀਂ ਕੰਮ ਕਰਦੇ ਆ ਉਹਦੀਆਂ ਐਕਟੀਵਿਟੀਜ਼, ਉਹ ਕੰਮ ਕਰ ਉਹਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ। ਹੁਣ ਉਹ ਕਹਿੰਦੇ ਇਹ ਜਿਹੜਾ ਪ੍ਰੋਗਰਾਮ ਆ ਇਹ ਅਸੀਂ ਕਨਕਸ਼ਨ ਤੇ ਬ੍ਰੇਨ ਇੰਜਰੀ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਸ਼ੁਰੂ ਕੀਤਾ ਸੀ, ਪਰ ਕਿਉਂਕਿ ਜਿਹੜਾ ਕਨਕਸ਼ਨ ਤੇ ਬ੍ਰੇਨ ਇੰਜਰੀ ਦੇ ਜਿਹੜੀਆਂ ਪ੍ਰੋਬਲਮਸ ਉਹਦੇ ਤੋਂ ਬਾਅਦ ਆਉਂਦੀਆਂ, ਲਗਭਗ ਉੱਦਾਂ ਦੀਆਂ ਪ੍ਰੋਬਲਮ ਹੀ ਕੋਵਿਡ-19 ਤੋਂ ਬਾਅਦ ਆ ਰਹੀਆਂ। ਸੋ ਇਸ ਕਰਕੇ ਇਹ ਪ੍ਰੋਗਰਾਮ ਉਹਨਾਂ ਲੋਕਾਂ ਦੇ ਲਈ ਹੈਗਾ ਜਿਹਨਾਂ ਨੂੰ ਕੋਵਿਡ-19 ਦੀਆਂ ਲੰਬਾ ਸਮਾਂ ਸਮੱਸਿਆਵਾਂ ਆ ਰਹੀਆਂ। ਸਮੱਸਿਆਵਾਂ ਬਹੁਤ ਨੇ, ਲੋਕ ਸਫਰ ਕਰ ਰਹੇ ਨੇ ਇਹਨਾਂ ਤੋਂ। ਕਈ ਵਾਰੀ ਹੁਣ ਸਾਨੂੰ 2 ਸਾਲ ਤੋਂ ਜ਼ਿਆਦਾ ਸਮਾਂ ਇਹਦੇ ਵਿੱਚ ਹੋ ਗਿਆ, ਪਰ ਲੋਕਾਂ ਨੂੰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਵੀ ਉਹਨਾਂ ਦੇ ਦਿਮਾਗ ਦੇ ਉੱਤੇ, ਉਹਨਾਂ ਦੀ ਯਾਦ ਸ਼ਕਤੀ ਦੇ ਉੱਤੇ, ਉਹਨਾਂ ਦੀ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਬਹੁਤ ਲੰਬਾ ਪਿਆ ਆ। ਲੌਂਗ ਕੋਵਿਡ ਇਹਨੂੰ ਕਿਹਾ ਜਾਂਦਾ ਆ। ਤੇ ਕਿਹਾ ਇਹ ਜਾ ਰਿਹਾ ਕਿ ਹੁਣ ਜਿਹੜੇ ਲੋਕ ਹੈਗੇ ਆ ਉਹ ਇਹਦੇ ਬਾਰੇ ਗੱਲਬਾਤ ਕਰਨਾ ਸ਼ੁਰੂ ਕਰ ਰਹੇ ਆ ਤੇ ਜਿਹੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹ ਇਸ ਮਾਮਲੇ ਦੇ ਵਿੱਚ ਮਦਦ ਕਰਨ ਦੇ ਲਈ ਤਿਆਰ ਆ। ਜੇ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਆ, ਉਹਨੂੰ ਕੋਵਿਡ ਹੋਇਆ ਸੀ, ਤਾਂ ਉਹ ਗੱਲਬਾਤ ਇੱਥੇ ਕਰ ਸਕਦੇ ਆ। ਇਹ ਸਾਰਾ ਕੁਛ ਜਿਹੜਾ ਹੈਗਾ ਵਰਚੁਅਲ ਆ
ਤੇ ਇਹਦੇ ਨਾਲ ਕਾਫੀ ਲੋਕਾਂ ਦੀ ਮਦਦ ਹੁੰਦੀ ਆ। ਕੋਵਿਡ ਨਾਲੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੁਣ ਹੋ ਰਹੀਆਂ। ਇੱਕ ਸਾਇੰਟਿਸਟ ਜਿਹੜੇ ਆ ਉਹ ਇਹ ਵੀ ਸਰਚ ਕਰ ਰਹੇ ਆ ਕਿ ਕੋਵਿਡ-19 ਬਹੁਤ ਸਾਰੇ ਲੋਕਾਂ ਨੂੰ ਹੋ ਗਿਆ, ਖਾਸ ਕਰ ਅਮਰੀਕਾ ਦੇ ਵਿੱਚ 60% ਲੋਕਾਂ ਨੂੰ ਕੋਵਿਡ-19 ਹੋ ਗਿਆ, 1 ਮਿਲੀਅਨ ਡੈਥ ਉੱਥੇ ਹੋ ਗਈ ਆ। ਇਹਦੇ ਤੋਂ ਬਾਅਦ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੋਵਿਡ-19 ਨਹੀਂ ਹੋਇਆ। ਸਾਰੀਆਂ ਵੇਵਜ਼ ਲੰਘ ਗਈਆਂ, ਓਮੀਕਰੋਨ, ਡੈਲਟਾ, ਸਾਰੇ ਵੇਰੀਐਂਟ ਲੰਘ ਗਏ, ਪਰ ਉਹਨਾਂ ਨੂੰ ਕਰੋਨਾ ਨਹੀਂ ਹੋਇਆ। ਉਹਨਾਂ ਦੇ ਵਿੱਚ ਕੀ ਇਹੋ ਜਿਹੀ ਖਾਸ ਗੱਲ ਸੀ ਕਿ ਉਹਨਾਂ ਨੂੰ ਕਰੋਨਾ ਕਿਉਂ ਨਹੀਂ ਹੋਇਆ? ਉਹਨਾਂ ਲੋਕਾਂ ਨੂੰ ਹੁਣ ਇਕੱਠੇ ਕਰਕੇ ਉਹਨਾਂ ਦੇ ਕੁਝ ਸੈਂਪਲ ਲੈ ਕੇ ਉਹਨਾਂ ਦੇ ਉੱਤੇ ਸਟੱਡੀ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਦਾ ਜੈਨੇਟਿਕ ਸਟਰਕਚਰ ਵੱਖਰਾ ਆ, ਇਹਨਾਂ ਦੇ ਅੰਦਰ ਕਿਹੜੀ ਇੱਦਾਂ ਦੀ ਖਾਸ ਗੱਲ ਆ ਜਿਹੜਾ ਇਹਨਾਂ ਨੂੰ ਕਰੋਨਾ ਨਹੀਂ ਹੋਇਆ, ਤੇ ਉਸ ਚੀਜ਼ ਨੂੰ ਫਿਰ ਦੂਜੇ ਲੋਕਾਂ ਦੇ ਫਾਇਦੇ ਲਈ ਵਰਤਣ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਕਿ ਇਹਦੇ ਨਾਲ ਫਿਰ ਦੂਜੇ ਲੋਕਾਂ ਨੂੰ ਫਾਇਦਾ ਹੋਊਗਾ। ਬਹੁਤ ਸਾਰੀਆਂ ਸਟੱਡੀਜ਼ ਕੋਵਿਡ ਦੇ ਉੱਤੇ ਇਸ ਵੇਲੇ ਚੱਲ ਰਹੀਆਂ ਆ। ਇੱਕ ਹੋਰ ਖਬਰ ਜਿਹੜੀ ਸਾਡਾ ਧਿਆਨ ਮੰਗਦੀ ਹੈ ਤੇ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ, ਉਹ ਆ ਗੈਸ ਦੀਆਂ ਕੀਮਤਾਂ। ਮੈਟਰੋ ਵੈਨਕੂਵਰ ਦੇ ਵਿੱਚ ਰੈਕਡ ਹਾਈ ਗੈਸ ਪ੍ਰਾਈਸ ਜਾ ਰਹੇ ਆ ਔਰ ਹਜੇ ਤੱਕ ਲੱਗਦਾ ਕਿ ਆਹ ਹਫ਼ਤਾ ਕਹਿੰਦੇ ਹੋਰ ਉੱਤੇ ਨੂੰ ਜਾਣੇ ਆ। ਡਰਾਈਵਰ ਜਿਹੜੇ ਨੇ ਉਹਨਾਂ ਦੀ ਬੱਸ ਹੋ ਗਈ ਹੈ ਇਸ ਵੇਲੇ ਇੰਨੇ ਜ਼ਿਆਦਾ ਜਿਹੜੀ ਇਹ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਦੇ ਕੇ ਲੋਅਰ ਮੇਨਲੈਂਡ ਦੇ ਵਿੱਚ ਖਾਸ ਕਰਕੇ ਇਹ ਜ਼ਿਆਦਾ ਤੰਗ ਆ, ਕਿਉਂਕਿ ਇੱਥੇ ਕਈ ਸਟੇਸ਼ਨਾਂ ਦੇ ਉੱਤੇ ਜਿਹੜਾ $2 ਤੋਂ ਉੱਤੇ ਮਤਲਬ 222 ਸੈਂਟ ਪਰ ਲੀਟਰ ਦੇ ਉੱਤੇ ਵੀ ਲੱਗਾ ਆ। ਸੋ ਇਹ $2 ਤੋਂ ਉੱਤੇ ਕ੍ਰੋਸ ਕਰ ਜਾਣਾ, ਇਹ ਅੰਕੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਆ। ਤੇ ਇਹ ਦੱਸਦੇ ਆ ਕਿ ਹੋਰ ਵੀ ਰੈਕਡ ਟੁੱਟਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੇ એનર્ਜੀ ਪ੍ਰਾਈਸਿਸ ਦੇ ਐਕਸਪਰਟ ਨੇ ਜਿਹੜੇ ਇਸ ਗੱਲ ਦੇ ਉੱਤੇ ਗੱਲਬਾਤ ਕਰਦੇ ਆ ਵੀ ਇਹ ਕੀਮਤਾਂ ਵੱਧ ਕਿਉਂ ਰਹੀਆਂ ਤੇ ਇਹਦੀ ਪ੍ਰੈਡਿਕਸ਼ਨ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ, ਉਹ ਇਹ ਦੱਸ ਰਹੇ ਆ ਕਿ ਇਹ ਹਜੇ ਹੋਰ ਵਧਣਗੀਆਂ। ਕਿਉਂਕਿ ਅੱਜ ਜਿਹੜਾ 9 ਮਈ ਆ, 9 ਮਈ ਵਿਕਟਰੀ ਡੇ ਸੀ ਰੂਸ ਦੇ ਵਿੱਚ। ਰੂਸ ਦੇ ਵਿੱਚ ਵਿਕਟਰੀ ਡੇ ਦਾ ਮਤਲਬ ਆ ਕਿ ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਇਆ। ਇਸ ਗੱਲ ਬਾਰੇ ਵੀ ਸੀਗਾ ਵੀ ਅੱਜ ਰੂਸ ਅਨਾਊਂਸਮੈਂਟ, ਰਸ਼ੀਆ ਵਲਾਦੀਮੀਰ ਪੁਤਿਨ ਅਨਾਊਂਸਮੈਂਟ ਕਰ ਸਕਦੇ ਆ ਕੋਈ ਵੱਡੀ, ਇਹ ਵੀ ਹੋ ਸਕਦਾ ਕਿ ਸੀਜ਼ ਫਾਇਰ ਕਰ ਦਿੰਦੇ ਉਹ ਜਿਹੜੀ ਇਹਨਾਂ ਦੇ ਨਾਲ ਯੂਕਰੇਨ ਦੇ ਨਾਲ ਲੜਾਈ ਦੇ ਮਾਮਲੇ ਦੇ ਵਿੱਚ ਪਰ ਅੱਜ ਉੱਦਾਂ ਦੀ ਉਹਨਾਂ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ। ਹਾਲਾਂਕਿ ਉਹਨਾਂ ਨੇ ਜਸਟੀਫਾਈ ਇਹ ਕੀਤਾ ਕਿ ਸਾਡਾ ਯੂਕਰੇਨ ਦੇ ਉੱਤੇ ਹਮਲਾ ਜਾਇਜ਼ ਹੈ, ਕਿਉਂਕਿ ਜੇ ਅਸੀਂ ਹਮਲਾ ਨਾ ਕਰਦੇ ਤਾਂ ਨੈਟੋ ਅਮਰੀਕਾ ਦੇ ਨਾਲ ਰਲ ਕੇ ਇਹਨਾਂ ਨੇ ਸਾਡੇ 'ਤੇ ਹਮਲਾ ਕਰ ਦੇਣਾ ਸੀ, ਤੇ ਉਹਦੀ ਇਹ ਤਿਆਰੀ ਕਰ ਰਹੇ ਸੀ। ਇਸ ਕਰਕੇ ਅਸੀਂ ਜੋ ਕੀਤਾ ਉਹ ਸਹੀ ਕੀਤਾ। ਉਹ ਇੱਕ ਟਰਨਿੰਗ ਪੁਆਇੰਟ ਅੱਜ ਦਾ ਦਿਨ ਵੀ ਸੀਗਾ 9 ਮਈ ਦਾ। ਇਹਦੇ ਤੋਂ ਬਾਅਦ ਹੁਣ ਮਾਹਰ ਇਹ ਕਹਿੰਦੇ ਆ ਵੀ ਮੰਨ ਲਓ ਲੜਾਈ ਅੱਜ ਹੀ ਖਤਮ ਹੋ ਜਾਵੇ, ਜੇ ਰੂਸ ਯੂਕਰੇਨ ਵਾਲੀ ਲੜਾਈ ਅੱਜ ਹੀ ਖਤਮ ਹੋ ਜਾਂਦੀ, ਜਿਹਦੀ ਕਿ ਹਜੇ ਆਸ ਨਹੀਂ ਲੱਗਦੀ, ਫਿਰ ਵੀ ਆਉਣ ਵਾਲੇ ਨੇੜਲੇ ਭਵਿੱਖ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਹੀ ਕਿ ਕੀਮਤਾਂ ਘਟ ਜਾਣਗੀਆਂ। ਕਿਉਂਕਿ ਜਿਸ ਤਰੀਕੇ ਨਾਲ ਸਪਲਾਈ ਚੇਨ ਡਿਸਟਰਬ ਹੋ ਚੁੱਕੀ ਹੈ, ਜਿਸ ਤਰੀਕੇ ਨਾਲ ਇੱਕ ਗੱਲਬਾਤ ਸਮਝਾਈ ਜਾ ਰਹੀ ਹੈ ਕਿ ਸਪਲਾਈ ਡਿਮਾਂਡ ਦਾ ਮਾਮਲਾ ਆ ਕਿ ਲੋਕ ਜਿਹੜੀ ਮੰਗ ਜ਼ਿਆਦਾ ਲੋਕਾਂ ਦੀ ਤੇ ਸਪਲਾਈ ਘੱਟ ਆ, ਇਹਨੇ ਲੋਕਾਂ ਨੂੰ ਪਰੇਸ਼ਾਨ ਬਹੁਤ ਕੀਤਾ ਆ। ਗੈਸ ਦੀਆਂ ਵੱਧਦੀਆਂ ਕੀਮਤਾਂ, ਜਿਹੜਾ ਐਵਰੇਜ ਪ੍ਰਾਈਸ ਆ ਗੈਸ ਦਾ ਕੈਨੇਡਾ ਦੇ ਵਿੱਚ $1.97 ਜਿਹੜੇ ਹੈਗੇ ਆ ਪਰ ਲੀਟਰ ਆ, $1.97 ਪਰ ਲੀਟਰ, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ $2 ਤੋਂ ਵੀ ਜ਼ਿਆਦਾ ਐਵਰੇਜ ਪ੍ਰਾਈਸ ਹੈਗਾ, ਤੇ ਮੈਟਰੋ ਵੈਨਕੂਵਰ ਦੇ ਵਿੱਚ ਇਹ ਉਹ ਤੋਂ ਵੀ ਜ਼ਿਆਦਾ ਪ੍ਰਾਈਸ ਜਿਹੜਾ ਦੱਸਿਆ ਜਾ ਰਿਹਾ ਹੈ। ਸਮਰ ਸੀਜ਼ਨ ਅੱਗੇ ਆ ਤੇ ਸਮਰ ਸੀਜ਼ਨ ਨੇ ਵੀ ਆਪਣਾ ਰੋਲ ਪਲੇ ਕਰਨਾ। ਸਮਰ ਦੇ ਵਿੱਚ ਆਲਵੇਜ਼ ਗੈਸ ਦੀਆਂ ਕੀਮਤਾਂ ਵੱਧਦੀਆਂ ਆ। ਦੂਜਾ, ਇਹਦੇ ਨਾਲ ਜਿਹੜੇ ਹਾਇਰ ਗਰੋਸਰੀ ਬਿਲਸ ਨੇ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਮਹਿੰਗਾਈ ਆ ਇਹਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਆ। ਗਰੋਸਰੀ ਸਟੋਰ ਦੇ ਉੱਤੇ, ਰੈਸਟੋਰੈਂਟ ਦੇ ਉੱਤੇ, ਕਿਉਂਕਿ ਟਰਾਂਸਪੋਰਟੇਸ਼ਨ ਦੀ ਕਾਸਟ ਵੱਧ ਗਈ ਹੈ, ਇਸ ਕਰਕੇ ਉਹਨਾਂ ਨੇ ਆਪਣੀਆਂ ਕੀਮਤਾਂ ਵਧਾ ਦਿੱਤੀਆਂ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਲਾਈਮੇਟ ਆ, ਜਿਹੜਾ ਜੀਓਪੋਲਿਟਿਕਸ ਆ, ਪੂਰੀ ਜਿਹੜੀਆਂ ਐਨਰਜੀ ਦੀਆਂ ਕੀਮਤਾਂ ਆ, ਇਹ ਜਿਹੜੇ ਸਾਰੇ ਚੀਜ਼ਾਂ ਆ ਰਲ ਕੇ ਕਰਕੇ ਰਹੀਆਂ ਕਿ ਮਹਿੰਗਾਈ ਵਧਾ ਰਹੀਆਂ। ਜਿਹੜੇ ਕੁਛ ਐਗਰੀ ਫੂਡ ਐਨਾਲਿਸਟ ਨੇ ਉਹ ਇਸ ਗੱਲਬਾਤ ਨੂੰ ਦੱਸ ਰਹੇ ਆ, ਤੇ ਜਿਹੜੇ ਫਾਰਮਰਸ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ, ਕਿਉਂਕਿ ਡੀਜ਼ਲ ਦੀ ਕੀਮਤ ਵੱਧ ਗਈ ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਲੇ ਦੁਆਲੇ ਹੈਗੀਆਂ ਉਹ ਤਾਂ ਸ਼ਾਇਦ ਜਿਹੜੀਆਂ ਬਚ ਸਕਦੀਆਂ ਆ, ਪਰ ਦੂਜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਕੀਮਤਾਂ ਉਸੇ ਤਰ੍ਹਾਂ ਵੱਧਦੀਆਂ ਨਜ਼ਰ ਆ ਰਹੀਆਂ। ਗੈਸ ਦੀਆਂ ਕੀਮਤਾਂ ਜ਼ਿਆਦਾ ਨੇ। ਹੁਣ ਕਿਹਾ ਤਾਂ ਇਹ ਜਾ ਰਿਹਾ ਕਿ ਜਿਹੜੀ ਚੀਜ਼ ਇੱਥੇ ਹੀ ਪ੍ਰੋਡਿਊਸ ਹੋ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਉਹ ਬਾਹਰੋਂ ਨਹੀਂ ਆ ਰਹੀ, ਉਹਦੀਆਂ ਕੀਮਤਾਂ ਕਿਉਂ ਵਧਣਗੀਆਂ? ਪਰ ਇੱਥੇ ਉਹ ਫੂਡ ਪੈਦਾ ਹੋ ਰਿਹਾ, ਈਅਰ ਰਾਊਂਡ ਪੈਦਾ ਹੋ ਰਿਹਾ, ਪਰ ਉਹਨੂੰ ਪੈਦਾ ਕਰਨ ਦੇ ਲਈ ਜਿਹੜੀ ਐਨਰਜੀ ਹੈ ਪਿੱਛੇ, ਉਹਦੀਆਂ ਕੀਮਤਾਂ ਵੱਧ ਚੁੱਕੀਆਂ ਨੇ। ਸੋ ਇਸ ਵੇਲੇ ਇੱਕ ਇਨਫਲੇਸ਼ਨ, ਜਿਹਨੂੰ ਇੱਕ ਇਕਨੋਮਿਕ ਡਿਜ਼ੀਜ਼ ਕਿਹਾ ਜਾ ਰਿਹਾ, ਆਊਟ ਆਫ ਕੰਟਰੋਲ ਕੈਨੇਡਾ, ਅਮਰੀਕਾ ਦੇ ਵਿੱਚ ਹੋ ਚੁੱਕੀ ਆ, ਤੇ ਬਹੁਤ ਖਤਰਨਾਕ ਸਮਾਂ ਇਹ ਦੱਸਿਆ ਜਾ ਰਿਹਾ ਕੰਜ਼ੂਮਰ ਦੇ ਲਈ, ਜਿਸ ਤਰੀਕੇ ਦੇ ਨਾਲ ਕੀਮਤਾਂ ਉੱਤੇ ਜਾ ਰਹੀਆਂ ਆ। ਤੇ ਹੁਣ ਇਹ ਇਨਫਲੇਸ਼ਨ ਸਾਈਕਲ ਕਹਿੰਦੇ ਇਹਨੂੰ, ਮਤਲਬ
ਜੇ ਇਹਨੂੰ ਹਾਕੀ ਦੀ ਗੇਮ ਨਾਲ ਕੰਪੇਅਰ ਕਰਨਾ ਹੋਵੇ ਜਿਹੜਾ ਇਨਫਲੇਸ਼ਨ ਸਾਈਕਲ ਆ, ਤਾਂ ਇਹ ਮੰਨ ਕੇ ਚੱਲੋ ਕਿ ਅਸੀਂ ਇਸ ਵੇਲੇ ਪਹਿਲੇ ਪੀਰੀਅਡ ਦੇ ਮਿਡਲ ਦੇ ਵਿੱਚ ਆ ਤੇ ਅਜੇ ਅਸਲੀ ਜਿਹੜੀ ਖੇਡ ਆ ਉਹ ਹੋਣੀ ਆ। ਕਿੱਧਰ ਨੂੰ ਜਾਂਦੀ ਹੈ ਗੱਲਬਾਤ ਦੂਜੇ ਅੱਧ ਦੇ ਵਿੱਚ ਤੇ ਕਿੱਧਰੋਂ ਰੁਕਦੀ ਹੈ ਇਹ ਉਹਦੇ ਤੇ ਹੋਊਗਾ। ਦੂਜਾ ਜਿਹੜਾ ਡਿਲੀਵਰੀ ਸਰਚਾਰਜ ਆ ਉਹ ਵੀ ਫੂਡ ਦੇ ਉੱਤੇ ਕਾਫੀ ਲੱਗ ਰਿਹਾ। ਟਰਾਂਸਪੋਰਟੇਸ਼ਨ ਦੀ ਕਾਸਟ ਜ਼ਿਆਦਾ ਆ, ਬਹੁਤ ਸਾਰੇ ਆਰਡਰਸ ਜਿਹੜੇ ਆ ਫੂਡ ਡਿਲੀਵਰੀ ਦੇ ਕਸਟਮਰ ਨੂੰ ਉਹਦੇ ਉੱਤੇ ਜਿਹੜਾ ਸਰਚਾਰਜ ਲੱਗ ਰਿਹਾ ਉਹ ਵੀ ਇੱਕ ਵੱਡਾ ਫੈਕਟਰ ਆ। ਤੇ ਇਹ ਸਾਰਾ ਕੁਝ ਕੀਮਤਾਂ ਦੇ ਵਿੱਚ ਵਾਧਾ ਕਰ ਰਿਹਾ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਲੋਕ ਕਹਿ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਕਾਬੂ ਕੀਤਾ ਜਾਵੇ, ਪਰ ਲੱਗਦਾ ਗੱਲਾਂ ਬਾਤਾਂ ਸਰਕਾਰ ਦੇ ਵੱਸੋਂ ਬਾਹਰ ਨੇ। $110 ਦੀ ਰਿਬੇਟ ਅਨਾਊਂਸ ਕੀਤੀ ਸੀ ਇਹਦੇ ਵਿੱਚ, ਪਰ ਓਵਰਆਲ ਜਿੰਨਾ ਲੋਕਾਂ ਨੂੰ ਹਰ ਹਫ਼ਤੇ ਤੇ ਹਰ ਮਹੀਨੇ ਗਰੋਸਰੀ ਦਾ ਬਿੱਲ ਇਹਨਾਂ ਗੈਸ ਦੀਆਂ ਵਧੀਆਂ ਕੀਮਤਾਂ ਕਰਕੇ ਵੱਧ ਗਰੋਸਰੀ ਦਾ ਬਿੱਲ ਪੇ ਕਰਨਾ ਪੈ ਰਿਹਾ, ਗੈਸ ਸਟੇਸ਼ਨਾਂ ਦੇ ਉੱਤੇ ਵੱਧ ਪੇ ਕਰਨਾ ਪੈ ਰਿਹਾ, ਉਸ ਚੀਜ਼ ਨੇ ਬਹੁਤ ਵੱਡਾ ਸੰਕਟ ਪੈਦਾ ਕੀਤਾ ਆ। ਰੂਸ ਤੇ ਯੂਕਰੇਨ ਦੀ ਲੜਾਈ ਬਹੁਤ ਭਖਦਾ ਮੁੱਦਾ ਇਸ ਵੇਲੇ। ਉਹਦੇ ਵਿੱਚ ਜਿਹੜੀ 9 ਮਈ ਦਾ ਦਿਨ ਸੀ ਉਹ ਇੱਕ ਬੜਾ ਇੰਪੋਰਟੈਂਟ ਦਿਨ ਮੰਨਿਆ ਗਿਆ ਸੀ ਕਿ ਵਲਾਦੀਮੀਰ ਪੁਤਿਨ ਉਸ ਦਿਨ ਕੋਈ ਨਾ ਕੋਈ ਅਨਾਊਂਸਮੈਂਟ ਕਰ ਸਕਦੇ ਆ। ਵਿਕਟਰੀ ਡੇ ਉੱਥੇ ਉਹਨਾਂ ਦਾ ਹੁੰਦਾ ਹੈ, ਵਿਕਟਰੀ ਡੇ ਪਰੇਡ ਹੋਈ ਹੈ ਸੋਮਵਾਰ ਨੂੰ, ਜਿਹੜੀ ਜਿੱਦਣ ਜਿਹੜਾ ਨਾਜ਼ੀਜ਼ ਆ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਰੂਸ ਵਾਲਿਆਂ ਨੇ ਇਸ ਦਿਨ, ਤੇ ਇਸ ਦਿਨ ਨੂੰ ਉਹਨਾਂ ਨੇ ਯਾਦ ਕੀਤਾ। ਜਿਹੜੇ ਰੂਸ ਆ ਉਹ ਸੈਲੀਬ੍ਰੇਟ ਕਰਦਾ ਹੈ, ਬਹੁਤ ਇੱਕ ਇਮੋਸ਼ਨਲ ਹੌਲੀਡੇ ਆ ਜਿੱਦਣ ਨਾਜ਼ੀਆਂ ਨੂੰ ਇਹਨਾਂ ਨੇ ਹਰਾਇਆ ਸੀ ਵਰਲਡ ਵਾਰ 2 ਦੇ ਵਿੱਚ। ਤੇ ਰੈੱਡ ਸਕੁਏਅਰ ਦੇ ਵਿੱਚ ਮਾਸਕੋ ਦੇ ਵਿੱਚ ਵਲਾਦੀਮੀਰ ਪੁਤਿਨ ਸਾਹਮਣੇ ਆਏ ਆ ਤੇ ਉਹਨਾਂ ਨੇ ਫਿਰ ਲੋਕਾਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਸੰਬੋਧਿਤ ਕਰਦੇ ਉਹ ਕਹਿੰਦੇ ਕਿ ਅਸੀਂ ਇਹ ਉਹੀ ਥਾਂ ਆ ਜਿੱਥੇ ਅਸੀਂ ਉਹਨਾਂ ਨਾਜ਼ੀਆਂ ਨੂੰ ਭਜਾਇਆ ਸੀ, ਉਹਨਾਂ ਨਾਜ਼ੀਆਂ ਨੂੰ ਸਜ਼ਾ ਦਿੱਤੀ ਸੀ, ਉਹਨਾਂ ਨਾਜ਼ੀਆਂ ਨੂੰ ਹਰਾਇਆ ਸੀ। ਤੇ ਉਹ ਕਹਿੰਦੇ ਜਿਹੜੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਸੀ, ਜਿਹੜੇ ਯੂਕਰੇਨੀਅਨਸ ਨੇ ਉਹਨਾਂ ਨੂੰ ਨਾਜ਼ੀ ਜਿਹੜੇ ਆ ਉਹ ਨਾਂ ਦੇ ਨਾਲ ਉਹਨਾਂ ਨੂੰ ਦੱਸਿਆ ਸੀਗਾ। ਤੇ ਇਹਦੇ ਵਿੱਚ ਇਹ ਕੀਤਾ ਗਿਆ, ਉਹਨਾਂ ਨੇ ਕੋਈ ਵੀ ਜਿਹੜੇ ਰਸ਼ੀਅਨ ਟਰੂਪਸ ਨੇ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਉਹਦੇ 'ਤੇ ਕੁਛ ਨਹੀਂ ਕਿਹਾ, ਯੁੱਧ ਕਦੋਂ ਖਤਮ ਕਰਨਾ ਇਹਦੇ 'ਤੇ ਨਹੀਂ ਕੁਛ ਨਹੀਂ ਕਿਹਾ। ਤੇ ਉਹਨਾਂ ਨੇ ਜਿਹੜੀ ਸਪੈਸ਼ਲ ਮਿਲਟਰੀ ਓਪਰੇਸ਼ਨ ਆ ਇਹਨੂੰ ਯੁੱਧ ਅਨਾਊਂਸ ਨਹੀਂ ਕੀਤਾ, ਕਿਉਂਕਿ ਪਹਿਲੇ ਦਿਨ ਤੋਂ ਹੀ ਰੂਸ ਇਹਨੂੰ ਸਪੈਸ਼ਲ ਮਿਲਟਰੀ ਓਪਰੇਸ਼ਨ ਕਹਿ ਰਿਹਾ ਵੀ ਅਸੀਂ ਖਾਸ ਇੱਕ ਫੌਜੀ ਸਾਡਾ ਅਭਿਆਨ ਆ ਜਿਹੜਾ ਯੂਕਰੇਨ ਦੇ ਵਿੱਚ ਅਸੀਂ ਚਲਾ ਰਹੇ ਹਾਂ। ਉਹਨੂੰ ਉਹਨਾਂ ਨੇ ਲੜਾਈ ਦਾ ਨਾਂ ਨਹੀਂ ਦਿੱਤਾ, ਇਹ ਨਹੀਂ ਕਿਹਾ ਵੀ ਅਸੀਂ ਜਲਦੀ ਕੁਛ ਹੋਰ ਕਰਾਂਗੇ ਜਾਂ ਲੜਾਈ ਨੂੰ ਤੇਜ਼ ਕਰਾਂਗੇ। ਦੱਸਦੇ ਆ ਕਿ 10 ਕੁ ਵਜੇ ਸਵੇਰੇ ਉੱਥੇ ਰੈੱਡ ਸਕੁਏਅਰ ਦੇ ਉੱਤੇ ਮਾਸਕੋ ਦੇ ਵਿੱਚ ਪਹੁੰਚੇ ਆ ਤੇ ਉੱਥੇ ਫਿਰ ਉਹਨਾਂ ਨੇ ਜਿਹੜੀ ਇਹ ਆਪਣੀ 11,000 ਬੰਦਾ ਸੀਗਾ ਉਹਨਾਂ ਨੂੰ ਸਪੀਚ ਦਿੱਤੀ ਆ, ਜਿਹੜੇ ਇਹਨੂੰ ਅਟੈਂਡ ਕਰ ਰਹੇ ਸੀਗੇ। ਤੇ ਉਹ ਕਹਿੰਦੇ ਵੀ ਸਾਡਾ ਫੈਸਲਾ ਸਹੀ ਸਮੇਂ ਦੇ ਉੱਤੇ ਸਹੀ ਸੀ, ਨਹੀਂ ਤਾਂ ਨੈਟੋ ਤੇ ਅਮਰੀਕਾ ਤੇ ਇਹ ਸਾਰਿਆਂ ਨੇ ਰਲ ਕੇ ਸਾਡੇ ਲਈ ਆਧਾਰ ਤਿਆਰ ਕਰ ਦਿੱਤਾ ਸੀ ਇੱਥੇ ਯੂਕਰੇਨ ਦੇ ਵਿੱਚੋਂ, ਤੇ ਸਾਡੇ ਉੱਤੇ ਇਹਨਾਂ ਨੇ ਹਮਲਾ ਕਰ ਦੇਣਾ ਸੀ। ਅਸੀਂ ਕਹਿੰਦੇ ਆਪਣਾ ਇੱਕ ਜਿਹੜਾ ਓਨੈਸਟ ਡਾਇਲਾਗ ਆ ਉਹ ਯੂਰਪੀਅਨ ਸਿਕਿਉਰਿਟੀ ਦੇ ਨਾਲ ਨੈਟੋ ਦੇ ਨਾਲ ਕਰਨਾ ਚਾਹੁੰਦੇ ਆ, ਪਰ ਸਾਡਾ ਵੱਸ ਕੋਈ ਨਹੀਂ ਚੱਲ ਰਿਹਾ। ਦੂਜੇ ਪਾਸੇ ਇੱਕ ਮਹੱਤਵਪੂਰਨ ਗੱਲ ਇਹ ਸਾਰੇ ਕੁਝ ਦੇ ਵਿੱਚ ਇਹ ਹੋਈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਜਿਲ ਬਾਈਡਨ ਉਹ ਐਤਵਾਰ ਨੂੰ ਬਿਨਾਂ ਕਿਸੇ ਪ੍ਰੋਗਰਾਮ ਤੋਂ, ਜਿਹੜਾ ਕਿ ਪਹਿਲਾਂ ਚਰਚਾ ਦੇ ਵਿੱਚ ਨਹੀਂ ਸੀ, ਉਹ ਯੂਕਰੇਨ ਪਹੁੰਚੇ ਆ। ਯੂਕਰੇਨ ਦੀ ਫਸਟ ਲੇਡੀ ਓਲੇਨਾ ਜ਼ੈਲੈਂਸਕਾ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ। ਨਿਊਯਾਰਕ ਟਾਈਮਸ ਦੇ ਵਿੱਚ ਇੱਕ ਖਬਰ ਛਪੀ ਆ, ਜ਼ੈਲੈਂਸਕਾ ਤੇ ਜਿਲ ਦੀ ਮੁਲਾਕਾਤ ਜਿਹੜੀ ਆ ਉਹ ਉੱਥੋਂ ਦਾ ਇੱਕ ਕਸਬਾ ਆ ਉਝਹੋਰੇਦ, ਉਸ ਕਸਬੇ ਦੇ ਵਿੱਚ ਹੋਈ ਆ। ਫਰਵਰੀ ਦੇ ਵਿੱਚ ਰੂਸੀ ਹਮਲੇ ਤੋਂ ਬਾਅਦ ਜ਼ੈਲੈਂਸਕਾ ਪਹਿਲੀ ਵਾਰ ਨਜ਼ਰ ਆਈ ਆ। ਉਹਨਾਂ ਨੇ ਦੱਸਿਆ ਕਿ ਅਸੀਂ ਜਾਣਦੇ ਹਾਂ ਕਿ ਯੂਐਸ ਦੀ ਫਸਟ ਲੇਡੀ ਦਾ ਇੱਥੇ ਆਉਣਾ ਸਾਡੇ ਦੇਸ਼ ਦੇ ਲਈ ਕਿੰਨਾ ਅਹਿਮ ਆ। ਦੂਜੇ ਪਾਸੇ ਰੂਸ ਯੂਕਰੇਨ ਦਰਮਿਆਨ ਚੱਲ ਰਹੀ ਇਸ ਲੜਾਈ ਦੇ ਵਿੱਚ ਕੱਲ੍ਹ ਜਾਣੀ ਕਿ ਐਤਵਾਰ ਨੂੰ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਅਚਾਨਕ ਯੂਕਰੇਨ ਪਹੁੰਚੇ। ਟਰੂਡੋ ਨੇ ਉੱਥੋਂ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਆ, ਉਹ ਇਲਾਕੇ ਦੇਖਿਆ ਜਿੱਥੇ ਰੂਸ ਨੇ ਤਬਾਹੀ ਕੀਤੀ ਔਰ ਰਾਸ਼ਟਰਪਤੀ ਜ਼ੈਲੈਂਸਕੀ ਨੇ ਖਾਸ ਤੌਰ 'ਤੇ ਉਹਨਾਂ ਇਲਾਕਿਆਂ ਦਾ ਦੌਰਾ ਕਰਵਾਇਆ ਆ। ਇਹ ਵੀ ਕਿਹਾ ਕਿ ਅਸੀਂ ਉਹਨਾਂ ਨੇ ਖੋਲ੍ਹ ਵੀ ਦਿੱਤਾ, ਅਸਲ ਦੇ ਵਿੱਚ ਜਿਹੜੀ ਉੱਥੇ ਅੰਬੈਸੀ ਆ ਉਹਨੂੰ ਖੋਲ੍ਹ ਦਿੱਤਾ, ਉੱਥੇ ਸਵਾਗਤ ਵੀ ਕੀਤਾ ਉਹਨਾਂ ਦਾ। ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਦੇ ਨਾਲ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਵਿਦੇਸ਼ ਮੰਤਰੀ ਮਲੇਨੀ ਜੋਲੀ ਉਹਨਾਂ ਦੇ ਨਾਲ ਸੀ। ਇਹ ਵੀ ਇੱਕ ਅਚਾਨਕ ਜਿਹੜੀ ਯਾਤਰਾ ਦੱਸੀ ਜਾ ਰਹੀ ਆ। ਉੱਥੇ ਹੋਰ ਵੀ ਉਹਨਾਂ ਨੇ ਕਈ ਇਲਾਕਿਆਂ ਦਾ ਦੌਰਾ ਕੀਤਾ, ਕੀਵ ਦੇ ਗੁਆਂਢੀ ਸ਼ਹਿਰ ਇਰਪਿਨ ਦਾ ਦੌਰਾ ਕੀਤਾ। ਇਸੇ ਤਰ੍ਹਾਂ ਜਿਹੜਾ ਮਾਰਚ ਦੇ ਵਿੱਚ ਰੂਸ ਨੇ ਰਾਜਧਾਨੀ ਕੀਵ 'ਤੇ ਹਮਲਾ ਕਰਨ ਦੇ ਨਾਲ ਜਿਹੜਾ ਇਰਪਿਨ ਆ ਉਹਦੇ ਉੱਤੇ ਸਭ ਤੋਂ ਵੱਧ ਤਬਾਹੀ ਕੀਤੀ ਸੀ। ਇਹ ਵੀ ਅੱਜ ਕਾਫੀ ਮਹੱਤਵਪੂਰਨ ਜਸਟਿਨ ਟਰੂਡੋ ਦੀ ਫੇਰੀ ਦੱਸੀ ਜਾ ਰਹੀ ਆ। ਤੇ ਜਸਟਿਨ ਟਰੂਡੋ ਦੀ ਫੇਰੀ ਦੇ ਪਹਿਲੇ ਦਿਨ ਹੀ ਜਿਹੜੇ ਯੂਕਰੇਨ ਦੇ ਦੱਖਣੀ ਸ਼ਹਿਰ ਓਡੇਸਾ ਦੇ ਵਿੱਚ ਮਿਜ਼ਾਈਲ ਦੇ ਨਾਲ ਹਮਲੇ ਕੀਤੇ ਰੂਸ ਨੇ, ਤੇ ਜਿਹੜਾ ਪੂਰਬੀ ਲੁਹੰਸਕ ਆ ਉਹਦੇ ਵਿੱਚ ਇੱਕ ਸਕੂਲ ਦੇ ਉੱਤੇ ਹਮਲਾ ਕੀਤਾ। 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਆ। ਮੁਲਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਰਕੀਵ ਦੇ ਵਿੱਚ ਵੀ ਜ਼ਬਰਦਸਤੀ ਜਿਹੜੀ ਇਹ
ਜੰਗ ਚੱਲ ਰਹੀ ਹੈ। ਜਸਟਿਨ ਟਰੂਡੋ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜਿਹੜਾ ਘਿਨਾਉਣਾ ਜੰਗੀ ਇਹ ਜਿਹੜਾ ਕੰਮ ਹੋ ਰਿਹਾ, ਜਿਹੜਾ ਇਹ ਅਪਰਾਧ ਆ, ਇਹਦੇ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜ਼ਿੰਮੇਵਾਰ ਆ ਤੇ ਕੈਨੇਡਾ ਯੂਕਰੇਨ ਨੂੰ ਨਿਆਂ ਦਿਵਾਉਣ ਦੇ ਲਈ ਆਪਣੀ ਹਰ ਕੋਸ਼ਿਸ਼ ਕਰੂਗਾ। ਨਿਊਜ਼ ਕਾਨਫਰੰਸ ਕੀਤੀ ਉਹਨਾਂ ਨੇ ਉੱਥੇ। ਟਰੂਡੋ ਨੇ ਯੂਕਰੇਨੀ ਫੌਜਾਂ ਦੀ ਜਿਹੜੀ ਮਦਦ ਦੇ ਲਈ ਵਾਧੂ ਡਰੋਨ, ਕੈਮਰੇ, ਸੈਟੇਲਾਈਟ ਤਸਵੀਰਾਂ ਤੇ ਹੋਰ ਹਥਿਆਰ ਮੁਹੱਈਆ ਕਰਾਉਣ ਦਾ ਐਲਾਨ ਵੀ ਕੀਤਾ ਕਿ ਅਸੀਂ ਇਹ ਸਾਰਾ ਕੁਝ ਤੁਹਾਨੂੰ ਮੁਹੱਈਆ ਕਰਵਾਵਾਂਗੇ। ਕੈਨੇਡਾ ਦੇ ਵਿੱਚ ਸਿਹਤ ਪ੍ਰਬੰਧ ਦੇ ਉੱਤੇ ਕਈ ਵਾਰੀ ਸਵਾਲ ਉੱਠਦੇ ਆ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਜਰੀਜ਼ ਦੇ ਵਿੱਚ ਹੋ ਰਹੀ ਦੇਰੀ ਬਾਰੇ ਪਹਿਲਾਂ ਵੀ ਗੱਲਬਾਤ ਕੀਤੀ ਜਾ ਚੁੱਕੀ ਆ। ਖਬਰਾਂ ਹੁਣ ਇਹ ਆ ਰਹੀਆਂ ਕਿ ਲੋਕ ਆਪਣੇ ਗੋਡਿਆਂ ਦੀ, ਗਿੱਟਿਆਂ ਦੀ ਸਰਜਰੀ ਕਰਵਾਉਣ ਦੇ ਲਈ ਵਾਰੀ ਦੀ ਉਡੀਕ ਕਰ ਰਹੇ ਆ, ਵਾਰੀ ਆ ਨਹੀਂ ਰਹੀ। ਲੋਕ ਦਰਦ ਨਾਲ ਤੜਪ ਰਹੇ ਆ ਤੇ ਲੋਕਾਂ ਨੇ ਹੁਣ ਹੱਲ ਇਹ ਲੱਭਣਾ ਸ਼ੁਰੂ ਕਰ ਦਿੱਤਾ ਕਿ ਇੱਧਰ ਉੱਧਰ ਜਾ ਕੇ ਸਰਜਰੀ ਕਰਵਾ ਲਈ ਜਾਵੇ। ਪ੍ਰਾਈਵੇਟ ਸਰਜਰੀ ਵੀ ਡਾਕਟਰ ਤੋਂ ਕਰਵਾਈ ਜਾ ਸਕਦੀ ਆ, ਪਰ ਉਹਦਾ ਪੇ ਕਰਨਾ ਪੈਂਦਾ, ਪਰ ਉਹਦੇ ਲਈ ਵੀ ਤੁਹਾਨੂੰ ਐਲੀਜੀਬਲ ਹੋਣਾ ਪੈਂਦਾ। ਹਰ ਇੱਕ ਇੱਦਾਂ ਨਹੀਂ ਹੈ ਕਿ ਤੁਸੀਂ ਜੇਕਰ ਤੁਹਾਡੀ ਸਰਜਰੀ ਦੇ ਵਿੱਚ ਵਾਰੀ ਨਹੀਂ ਆਈ ਤੇ ਤੁਸੀਂ ਪ੍ਰਾਈਵੇਟ ਕਲੀਨਿਕ 'ਤੇ ਜਾ ਕੇ ਸਰਜਰੀ ਕਰਵਾ ਲਓ। ਕਈ ਵਾਰੀ ਲੋਕ ਕੁਆਲੀਫਾਈ ਨਹੀਂ ਕਰਦੇ। ਕਈ ਵਾਰੀ ਦੂਜੇ ਪ੍ਰੋਵਿੰਸਿਸ ਦੇ ਵਿੱਚੋਂ ਜਾ ਕੇ ਸਰਜਰੀ ਕਰਵਾਈ ਜਾ ਸਕਦੀ ਹੈ, ਇਲਾਜ ਉੱਥੋਂ ਕਰਵਾਇਆ ਜਾ ਸਕਦਾ ਕਿ BC 'ਚ ਵਾਰੀ ਨਹੀਂ ਆਉਂਦੀ, ਤੁਸੀਂ ਅਲਬਰਟਾ 'ਚ ਜਾ ਕੇ ਕਰਵਾ ਲਓ ਜਾਂ ਸਸਕਾਚਵਿਨ ਦੇ ਵਿੱਚ ਕਰਵਾ ਲਓ। ਇੱਕ ਇਹ ਵੀ ਤਰੀਕਾ ਲੋਕ ਹੁਣ ਅਪਣਾ ਰਹੇ ਆ ਕਿ ਜਿਨ੍ਹਾਂ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਰੀ ਨਹੀਂ ਆ ਰਹੀ, ਉਹ ਜਾ ਕੇ ਸਿਆਟਲ ਦੇ ਵਿੱਚ ਸਾਡੇ ਨਾਲ ਲੱਗਦੇ ਸ਼ਹਿਰ, ਜਿਹੜਾ ਅਮਰੀਕਾ ਦਾ ਸ਼ਹਿਰ ਸਿਆਟਲ ਆ, ਉੱਥੇ ਜਾ ਕੇ ਸਰਜਰੀਜ਼ ਕਰਵਾ ਰਹੇ ਆ ਤੇ ਕਾਫੀ ਡਾਲਰ ਉੱਥੇ ਉਹਨਾਂ ਨੂੰ ਦੇਣੇ ਪੈ ਰਹੇ ਆ। ਉਧਰਲੇ ਪਾਸੇ ਸਿਆਟਲ ਵਾਲੇ ਪਾਸੇ ਜਿਹੜੇ ਕੈਨੇਡੀਅਨ ਆ ਸਰਜਰੀ ਕਰਵਾਉਣ ਵਾਲੇ, ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਪੀਟਰ ਜੌ ਇੱਕ ਵਿਅਕਤੀ ਆ, ਇੱਕ ਨਿਊਜ਼ ਏਜੰਸੀ ਨੇ ਉਹਦੀ ਖਬਰ ਨੂੰ ਦੱਸਿਆ ਕਿ ਲਗਾਤਾਰ ਉਹਦੇ ਪੈਰਾਂ ਦੇ ਵਿੱਚ ਦਰਦ ਹੋ ਰਿਹਾ, ਕੰਮ ਨਹੀਂ ਕਰ ਰਿਹਾ, ਦਰਦ ਦੇ ਨਾਲ ਕਰਾਹ ਰਿਹਾ ਤੇ ਉਹਦੇ ਥੋੜ੍ਹੀ ਜਿਹੀ ਚੀਜ਼ ਵੀ ਉਹਨੂੰ ਦਰਦ ਕਰਦੀ ਆ। ਉਹਦੇ ਤੋਂ ਬਾਅਦ ਉਹਨੂੰ ਨਵੰਬਰ ਦੇ ਵਿੱਚ ਰੈਫਰਲ ਦਿੱਤਾ ਗਿਆ ਸੀ ਕਿ ਜਿਹੜਾ ਵੀ ਪਹਿਲਾ ਸਰਜਨ ਮਿਲਿਆ ਉਹਦੇ ਕੋਲ ਜਾ ਕੇ ਸਰਜਰੀ ਕਰਵਾ ਲਿਆ। ਫਰਵਰੀ ਦੇ ਵਿੱਚ ਉਹਨੂੰ ਪਤਾ ਲੱਗਿਆ ਕਿ ਉਡੀਕ 18 ਮਹੀਨੇ ਦੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਆਸਟੀਓਆਰਥਰਾਈਟਿਸ ਦੀ ਇਲਾਜ ਕਰਵਾਉਣ ਦੇ ਲਈ, ਤੇ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਤੇ ਉਹਦੇ ਤੋਂ ਬਾਅਦ ਉਹਨੇ ਜਾ ਕੇ ਸਿਆਟਲ ਦੇ ਵਿੱਚ 12,000 ਅਮਰੀਕਨ ਡਾਲਰ ਦੇ ਕੇ ਆਪਣੀ ਸਰਜਰੀ ਕਰਵਾ ਲਈ ਤੇ ਦਰਦ ਤੋਂ ਆਰਾਮ ਲਿਆ। ਇਹ ਇਕੱਲੇ ਜੋਏ ਦੀ ਕਹਾਣੀ ਨਹੀਂ, ਬਹੁਤ ਸਾਰੇ ਹੋਰ ਲੋਕਾਂ ਦੀ ਵੀ ਕਹਾਣੀ ਆ। 88,300 ਮਰੀਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਸਰਜਰੀ ਦੀ ਉਡੀਕ ਕਰ ਰਿਹਾ ਤੇ ਇੱਥੇ ਜਿਹੜੀਆਂ ਆਰਥੋਪੈਡਿਕ ਸਰਜਰੀਜ਼ ਆ, ਇਹਦੀ ਉਡੀਕ ਬਹੁਤ ਲੰਬੀ ਦੱਸੀ ਜਾ ਰਹੀ ਆ। ਲੋਕਾਂ ਦੀ ਵਾਰੀ ਨਹੀਂ ਆ ਰਹੀ, ਲੋਕ ਇੱਧਰ ਉੱਧਰ ਕੋਸ਼ਿਸ਼ ਕਰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਪਹਿਲਾਂ ਪੈਂਡੈਮਿਕ, ਉਸ ਤੋਂ ਬਾਅਦ ਨੈਚੁਰਲ ਡਿਜ਼ਾਸਟਰ, ਫਿਰ ਫਲੱਡ, ਫਿਰ ਵਾਈਲਡ ਫਾਇਰ, ਤੇ ਇਹ ਸਾਰੇ ਕੁਛ ਦੇ ਵਿੱਚ ਸਟਾਫ ਸ਼ਾਰਟੇਜ ਹੋ ਗਈ। ਸਟਾਫ ਸ਼ਾਰਟੇਜ ਨਾਲ ਡਾਕਟਰ ਐਨਫ ਹੈ ਨਹੀਂ, ਬੈਡਸ ਐਨਫ ਹੈ ਨਹੀਂ, ਤੇ ਸਮੱਸਿਆ ਜਿਹੜੀ ਵੱਧਦੀ ਜ਼ਿਆਦਾ ਵੱਧਦੀ ਗਈ। ਤੇ ਇਹ ਹਾਲਤ ਹੁਣ ਜਲਦੀ ਠੀਕ ਹੋਣ ਵਾਲੀ ਵੀ ਨਹੀਂ ਆ। ਐਡੀ ਜਲਦੀ ਜਿਹੜੀ ਵਾਰੀ ਲੋਕਾਂ ਦੀ ਆ ਜਾਵੇ, ਇੱਦਾਂ ਦਾ ਵੀ ਦੱਸਦੇ ਆ ਵੀ ਕੁਛ ਨਹੀਂ ਆ। ਤੇ ਭਾਵੇਂ ਕਿ ਦੂਜੇ ਜਿਹੜੇ ਪ੍ਰੋਵਿੰਸ ਆ, ਜਿੰਨੀ ਕੁ ਕਾਸਟ ਉੱਥੇ ਪੈਂਦੀ ਹੈ ਪ੍ਰਾਈਵੇਟ ਸਰਜਰੀ ਕਰਵਾਉਣ ਦੀ, ਲਗਭਗ ਉਨੀ ਕਾਸਟ ਹੀ ਇੱਥੇ ਨੇੜੇ ਸਿਆਟਲ ਦੇ ਵਿੱਚ ਆਉਂਦੀ ਹੈ। ਤੁਸੀਂ ਆਊਟ ਆਫ ਪ੍ਰੋਵਿੰਸ ਜਾ ਕੇ ਕੋਈ ਆਪਸ਼ਨ ਦੇਖਦੇ ਆ ਤਾਂ ਲੋਕਾਂ ਨੂੰ ਸਿਆਟਲ ਅਮਰੀਕਾ ਦੇ ਵਿੱਚ ਜਾਣਾ ਬਿਹਤਰ ਲੱਗ ਰਿਹਾ ਤੇ ਇੱਥੇ ਜਾ ਕੇ ਲੋਕ ਕਾਫੀ ਜਿਹੜੀਆਂ ਸਰਜਰੀਜ਼ ਆ ਉਹ ਕਰਵਾ ਰਹੇ ਆ। ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਖਾਸ ਤੌਰ ਦੇ ਉੱਤੇ ਡਾਇਗਨੋਸ ਹੋਇਆ ਆ ਡੀਜਨਰੇਟਿਵ ਡਿਸਕ ਡਿਜ਼ੀਜ਼, ਜਿਹਨਾਂ ਦੀ ਡਿਸਕ ਹਿੱਲ ਜਾਂਦੀ ਜਾਂ ਨਰਵ ਪਿੰਚ ਹੋ ਜਾਂਦੀ ਹੈ। ਉਹ ਲੋਕ ਇਸ ਦਰਦ ਤੋਂ ਕਾਫੀ ਦੁਖੀ ਨੇ। ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਜਾ ਕੇ ਆਪਣਾ ਇਲਾਜ, ਆਪਰੇਸ਼ਨ ਵਗੈਰਾ ਕਰਵਾਉਣ ਦੀ ਕੋਸ਼ਿਸ਼ ਕਰਦੇ ਆ। ਲੱਤਾਂ ਦੇ ਵਿੱਚ ਦਰਦ ਜਾਂ ਬੈਕ ਦੇ ਵਿੱਚ ਦਰਦ ਆ। ਇੱਕ ਜਿਹੜੀ ਔਰਤ ਆ, ਉਹਦੀ ਕਹਾਣੀ ਦੱਸੀ ਜਾ ਰਹੀ ਹੈ ਕਿ 2021 ਦੇ ਵਿੱਚ ਉਹਨੂੰ ਦੱਸਿਆ ਸੀ ਕਿ ਤੇਰੀ ਸਰਜਰੀ ਵੇਟ ਲਿਸਟ ਦੇ ਉੱਤੇ ਆ ਤੇ ਜਿਹੜੀ ਸਰਜਰੀ ਆ ਉਹ ਜੂਨ 2022 ਨੂੰ ਤੇਰੀ ਹੋ ਸਕਦੀ ਹੈ, ਪਰ ਉੱਥੋਂ ਤੱਕ ਵੀ ਵਾਰੀ ਨਹੀਂ ਆਉਂਦੀ। ਉਹਦੇ ਨਾਲ ਮਾਨਸਿਕ ਪਰੇਸ਼ਾਨੀ ਜਿਹੜੀ ਹੋਰ ਆ, ਤੇ ਇਹ ਔਰਤ ਨੇ ਫਰਾਂਸ ਦੇ ਵਿੱਚ ਜਾ ਕੇ ਆਪਣੀ ਸਰਜਰੀ ਕਰਵਾਈ ਆ। 30,000 ਡਾਲਰ ਇਹਦਾ ਉੱਥੇ ਲੱਗਿਆ, ਜਿਹਦੇ ਵਿੱਚ ਟਰੈਵਲ, ਅਕੋਮੋਡੇਸ਼ਨ, ਸਾਰੀ ਕੀਮਤ ਆ। ਮੈਡੀਕਲ ਬਿੱਲ ਬਹੁਤ ਜ਼ਿਆਦਾ ਨੇ, ਪਰ ਲੋਕ ਦਰਦ ਤੋਂ ਕਿਸੇ ਨਾ ਕਿਸੇ ਤਰ੍ਹਾਂ ਛੁਟਕਾਰਾ ਪਾਉਣਾ ਚਾਹੁੰਦੇ ਆ। ਤੇ ਜਿਹਦਾ ਇੱਕੋ ਇੱਕ ਤਰੀਕਾ ਇਸ ਵੇਲੇ ਜਿਹੜਾ ਨਜ਼ਰ ਆ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਤੋਂ ਆਊਟ ਆਫ ਪ੍ਰੋਵਿੰਸ, ਆਊਟ ਆਫ ਕੰਟਰੀ, ਕਿਸੇ ਦੂਜੇ ਦੇਸ਼ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਲਿਆ ਜਾਵੇ। ਨਹੀਂ ਤਾਂ ਜਿੰਨੀ ਲੰਬੀ ਵੇਟ ਲਿਸਟ ਆ, ਉਹਨਾਂ ਚਿਰ ਲੋਕਾਂ ਦੁਆਰਾ ਦਰਦ ਨੂੰ ਸਹਿਣਾ ਮੁਸ਼ਕਲ ਹੋਇਆ ਹੈ। ਇੱਕ ਖਬਰ ਓਨਟਾਰੀਓ ਦੀ ਜਨਰਲ ਇਲੈਕਸ਼ਨ ਬਾਰੇ। ਓਨਟਾਰੀਓ ਜਨਰਲ ਇਲੈਕਸ਼ਨ 2 ਜੂਨ ਨੂੰ 2022 ਨੂੰ ਇਸ ਸਾਲ ਦੇ ਵਿੱਚ ਹੋਣੀ ਹੈ ਤੇ ਇਸ ਵੇਲੇ ਮਾਹੌਲ ਕਾਫੀ ਗਰਮ ਹੋ ਚੁੱਕਾ। ਉੱਥੇ ਵੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਆ, 43ਵੀਂ ਪਾਰਲੀਮੈਂਟ ਆਫ ਓਨਟਾਰੀਓ, ਇਹਦੇ ਵਿੱਚ ਕੁਝ ਪੋਲਸ ਸਾਹਮਣੇ ਆਈਆਂ। ਉਹ ਪੋਲਸ ਇਹ ਪਤਾ ਕਰ ਰਹੀਆਂ ਕਿ ਇਸ ਵੇਲੇ ਮਾਮਲੇ ਕਿਹੜੇ ਆ, ਮਤਲਬ ਪਾਰਟੀਆਂ ਨੂੰ ਕਿਹੜੇ ਮਾਮਲੇ ਦੇ ਉੱਤੇ ਸਭ ਤੋਂ ਵੱਧ ਧਿਆਨ ਦੇਣਾ ਪਊਗਾ ਤੇ ਲੋਕ ਇਸ ਵੇਲੇ ਮੰਗ ਕੀ ਕਰ ਰਹੇ ਆ। ਡਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆ, ਇਹਦੇ ਕੋਲ ਥੋੜ੍ਹਾ ਜਿਹਾ ਕਹਿੰਦੇ ਐਡਵਾਂਟੇਜ ਹੈਗਾ ਆ ਇਸ ਮਾਮਲੇ ਦੇ ਉੱਤੇ ਕਿ ਲੋਕ ਘਰਾਂ ਦੇ ਉੱਤੇ ਗੱਲ ਕਰ ਰਹੇ ਆ, ਅਫੋਰਡੇਬਿਲਟੀ ਦੇ ਉੱਤੇ।
ਤੇ ਇਹ ਥੋੜਾ ਜਿਹਾ ਬਾਕੀਆਂ ਨਾਲੋਂ ਅੱਗੇ ਨੇ, ਪਰ ਸਾਰੀਆਂ ਪਾਰਟੀਆਂ ਨੂੰ, ਚਾਹੇ ਉਹ ਓਨਟਾਰੀਓ ਲਿਬਰਲ ਆ ਤੇ ਚਾਹੇ NDP ਆ, ਇਹਨਾਂ ਨੂੰ ਇਹਦੇ ਉੱਤੇ ਗੱਲਬਾਤ ਕਰਨੀ ਪੈ ਰਹੀ ਆ। ਵੋਟਰਸ ਦੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਆ ਤੇ ਇਹਨਾਂ ਨੂੰ ਹੁਣ ਸਿਰਫ ਗੱਲਾਂ ਬਾਤਾਂ ਨਹੀਂ ਕਰਨੀਆਂ ਪੈਣਗੀਆਂ। ਲੋਕਾਂ ਦੇ ਲਈ ਜਿਹੜੀ ਪੋਲ ਕੀਤੀ ਗਈ ਆ ਅਪ੍ਰੈਲ ਦੇ ਆਖਰ ਦੇ ਵਿੱਚ, ਉਹ ਦੱਸਦੀ ਆ ਕਿ ਅਫੋਰਡੇਬਿਲਿਟੀ ਸਭ ਤੋਂ ਵੱਡਾ ਇਸ਼ੂ ਇਸ ਵੇਲੇ ਇੱਥੇ ਬਣ ਰਿਹਾ ਓਨਟਾਰੀਓ ਦੇ ਵਿੱਚ, ਇਸ ਇਲੈਕਸ਼ਨ ਦੇ ਮਾਮਲੇ ਦੇ ਵਿੱਚ, ਵੱਡੇ ਸ਼ਹਿਰਾਂ ਟੋਰਾਂਟੋ ਵਿੱਚ ਖਾਸ ਤੌਰ ਦੇ ਉੱਤੇ। ਸੋ ਜਿਹੜੀ ਕਿੰਨੇ ਕੁ ਲੋਕ ਇਹਦੇ ਉੱਤੇ ਅਫੋਰਡੇਬਿਲਿਟੀ ਦੇ ਉੱਤੇ ਗੱਲ ਕਰਦੇ ਆ, ਕਿਉਂਕਿ ਕੀਮਤਾਂ ਬਹੁਤ ਵਧੀਆ। ਹਾਲਾਂਕਿ ਪੈਂਡੈਮਿਕ ਦੇ ਵਿੱਚ ਹੈਲਥ ਇਸ਼ੂ ਮੁੱਖ ਇਸ਼ੂ ਚਾਹੀਦਾ ਸੀ। ਜਿਸ ਤਰੀਕੇ ਦੇ ਨਾਲ ਕ੍ਰਾਈਸਿਸ ਆਏ, ਜਿਸ ਤਰੀਕੇ ਦੇ ਨਾਲ ਬੈਡਸ ਨਹੀਂ ਮਿਲੇ, ਜਿਸ ਤਰੀਕੇ ਦੇ ਨਾਲ ਸਰਜਰੀਜ਼ ਕੈਂਸਲ ਹੋਈਆਂ, ਪਰ ਇਸ ਇਸ਼ੂ ਨੂੰ ਵੀ ਓਵਰਪਾਵਰ ਕਰ ਜਾਂਦਾ ਆ ਘਰਾਂ ਦਾ ਮਸਲਾ। 2 ਸਾਲਾਂ ਦੇ ਇਸ ਗਲੋਬਲ ਪੈਂਡੈਮਿਕ ਤੋਂ ਬਾਅਦ ਲੋਕਾਂ ਦਾ ਮਸਲਾ ਇਸ ਵੇਲੇ ਜਿਹੜਾ ਉਹ ਘਰਾਂ ਦੀਆਂ ਕੀਮਤਾਂ ਆ। ਇਸ ਸਮੇਂ ਦੇ ਵਿੱਚ ਜਿਹੜੀਆਂ ਓਨਟਾਰੀਓ ਦੀ ਪਾਰਟੀਆਂ ਨੇ ਤੇ ਇਹਨਾਂ ਦੇ ਲੀਡਰਸ ਨੇ, ਉਹਨਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਪੈ ਰਿਹਾ ਕਿ ਜਿਹੜੀ ਕਾਸਟ ਆਫ ਲਿਵਿੰਗ ਜਿੰਨੀ ਜ਼ਿਆਦਾ ਹੋ ਰਹੀ ਆ, ਇਹਦਾ ਜਵਾਬ ਕੀ ਆ ਤੇ ਇਹਦੇ ਲਈ ਉਹ ਪਾਰਟੀਆਂ ਕੀ ਕਰ ਰਹੀਆਂ। ਲੋਕ ਇਹਦੇ ਬਾਰੇ ਗੱਲਬਾਤ ਕਰ ਰਹੇ ਆ ਤੇ ਹੁਣ ਲੋਕ ਸਿਰਫ ਗੱਲਾਂ ਬਾਤਾਂ ਤੱਕ ਸੀਮਿਤ ਨਹੀਂ ਰਹਿ ਰਹੇ ਕਿ ਕੋਈ ਪਾਰਟੀ ਇਹ ਕਹਿ ਦੇਵੇ ਕਿ ਅਸੀਂ ਇਹਦਾ ਜਿਹੜਾ ਹੱਲ ਕਰਾਂਗੇ। ਲੋਕ ਅਸਲ ਦੇ ਵਿੱਚ ਇਹਦਾ ਹੱਲ ਪੁੱਛ ਰਹੇ ਆ। ਲੋਕਾਂ ਦੇ ਸਰਵੇਜ਼, ਲੋਕਾਂ ਦੀਆਂ ਪੋਲਸ ਦੱਸ ਰਹੀਆਂ ਕਿ ਇਸ ਵਾਰੀ ਵੱਡੇ ਸਵਾਲ, ਸਖਤ ਸਵਾਲ ਇਹਨਾਂ ਲੀਡਰਾਂ ਨੂੰ ਕਰ ਰਹੇ ਆ ਲੋਕ, ਤੇ ਲੋਕ ਇਹਦਾ ਇਲਾਜ ਪਤਾ ਕਰ ਰਹੇ ਆ ਕਿ ਇਹਦੇ ਲਈ ਉਹ ਕੀ ਕਰਨਗੇ। ਕਿਉਂਕਿ ਇੱਕ ਬਹੁਤ ਵੱਡਾ ਅਫੋਰਡੇਬਿਲਿਟੀ ਡੋਮੀਨੈਂਟ ਇਸ਼ੂ ਆ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਇਆ, ਤੇ ਇਹਨੂੰ ਹੁਣ ਇਹਨੂੰ ਐਡਰੈਸ ਕਰਨਾ ਕਿ ਇੰਨੀਆਂ ਕੀਮਤਾਂ ਵਧੀਆਂ ਕਿਉਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਕੀ ਆ, ਇਹਦੇ ਲਈ ਇਹਨਾਂ ਪਾਰਟੀਆਂ ਦੇ ਕੋਲ ਬਾਕੀ ਸਾਰੇ ਦੇ ਸਾਰੇ ਇਸ਼ੂ ਜਿਹੜੇ ਆ ਉਹ ਪਿੱਛੇ ਚਲੇ ਜਾਂਦੇ ਆ। ਤੇ ਇਹਦੇ ਉੱਤੇ ਜਿਹੜੀਆਂ ਪਾਰਟੀਆਂ ਨੇ ਉਹ ਵੀ ਖਾਸ ਤੌਰ ਦੇ ਉੱਤੇ ਧਿਆਨ ਦੇ ਰਹੀਆਂ ਕਿ ਇਸ ਲੋਕਾਂ ਦੀ ਜਿਹੜੀ ਇਹ ਮੰਗ ਆ, ਲੋਕਾਂ ਦਾ ਜਿਹੜਾ ਇਹ ਕਨਸਰਨ ਆ, ਇਸ ਕਨਸਰਨ ਦੇ ਉੱਤੇ ਗੱਲਬਾਤ ਕੀਤੀ ਜਾਵੇ। ਹੁਣ ਕਿੰਨਾ ਕੁ ਇਹ ਪਾਰਟੀਆਂ ਹੱਲ ਕਰ ਸਕਦੀਆਂ ਜਾਂ ਨਹੀਂ ਕਰ ਸਕਦੀਆਂ, ਕਿਉਂਕਿ ਜਿਹੜਾ ਘਰਾਂ ਦੀਆਂ ਕੀਮਤਾਂ ਆ 44% ਵੱਧ ਗਈਆਂ ਪਿਛਲੇ 2 ਸਾਲਾਂ ਦੇ ਵਿੱਚ, ਤੇ ਇਹਨੂੰ ਉੱਤੋਂ ਨਾਲ ਜਿਹੜੀ ਇਸ ਵੇਲੇ ਇਨਫਲੇਸ਼ਨ ਆ, ਗੈਸ ਪ੍ਰਾਈਸਿਸ ਵਧੇ ਆ, ਗਰੋਸਰੀ ਬਿਲਸ ਵਧੇ ਆ। ਬਾਕੀ ਕੈਨੇਡਾ ਵਾਂਗੂ ਓਨਟਾਰੀਓ ਦੇ ਵਿੱਚ ਵੀ ਇਹ ਵੀ ਮਸਲੇ, ਪਰ ਮੁੱਖ ਤੌਰ ਦੇ ਉੱਤੇ ਇਸ ਵੇਲੇ ਘਰਾਂ ਦੀਆਂ ਵਧਦੀਆਂ ਕੀਮਤਾਂ, ਅਫੋਰਡੇਬਿਲਿਟੀ, ਇਹ ਓਨਟਾਰੀਓ ਦੀ ਇਲੈਕਸ਼ਨ ਦੇ ਵਿੱਚ ਮੁੱਖ ਮਸਲੇ ਵਜੋਂ ਉੱਭਰ ਰਿਹਾ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਗੁਰਪ੍ਰੀਤ ਸਿੰਘ ਸੋਤਾ ਹੁਣਾਂ ਨਾਲ ਇਸ ਵੇਲੇ ਸਰੀ ਦੀ ਇਲੈਕਸ਼ਨ ਬਾਰੇ, ਸਰੀ ਦੇ ਵਿੱਚ ਜਿਹੜੀ ਕੌਣ ਮੇਅਰ ਬਣੂਗਾ ਤੇ ਕਿਹੜੀਆਂ ਗੱਲਾਂ ਨੇ। ਉਹ ਤੋਂ ਬਾਅਦ AMC ਇੰਸ਼ੋਰੈਂਸ ਤੋਂ ਗੁਰਨੀਤ ਕੌਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੋਮ ਇੰਸ਼ੋਰੈਂਸ ਬਾਰੇ। ਅੱਜ ਅਸੀਂ ਖਾਸ ਗੱਲਬਾਤ ਕਰਨੀ ਆ ਹੋਮ ਇੰਸ਼ੋਰੈਂਸ ਬਾਰੇ। AMC ਇੰਸ਼ੋਰੈਂਸ 'ਤੇ ਅਸੀਂ ਪਹੁੰਚੇ ਹਾਂ। ਹੋਮ ਇੰਸ਼ੋਰੈਂਸ ਇੱਕ ਬਹੁਤ ਹੀ ਅਹਿਮ ਮੁੱਦਾ ਆ ਤੇ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਜਿਹੜੀ ਥੱਲੇ ਬੇਸਮੈਂਟ ਆ ਉਹਦਾ ਇੰਸ਼ੋਰੈਂਸ ਨਾਲ ਕੋਈ ਸੰਬੰਧ ਹੁੰਦਾ, ਤੇ ਕੀ ਬੇਸਮੈਂਟ ਜਿਹੜੀ ਲੀਗਲ ਆ ਜਾਂ ਇਲੀਗਲ ਆ ਇਹਦਾ ਕੋਈ ਇੰਸ਼ੋਰੈਂਸ ਨਾਲ ਸੰਬੰਧ ਹੁੰਦਾ। ਤੁਹਾਡੇ ਘਰ ਦਾ ਸ਼ੀਸ਼ਾ ਆ ਜੇ ਉਹ ਟੁੱਟ ਗਿਆ, ਕੀ ਉਹ ਤੁਹਾਡੇ ਆਮ ਇੰਸ਼ੋਰੈਂਸ ਦੇ ਵਿੱਚ ਕਵਰ ਆ। ਹੜ੍ਹ ਆ ਗਏ ਕਿਤੇ, ਜਿੱਦਾਂ ਐਬਸਫੋਰਡ ਦੇ ਵਿੱਚ ਪਿੱਛੇ ਜਿਹੇ ਇੱਕ ਕੁਦਰਤੀ ਆਫਤ ਆਈ ਸੀ, ਦੁਖਾਂਤ ਵਾਪਰਿਆ ਸੀ, ਤੁਹਾਡਾ ਘਰ ਦਾ ਨੁਕਸਾਨ ਹੋ ਗਿਆ, ਕੀ ਇੰਸ਼ੋਰੈਂਸ ਉਹ ਕਵਰ ਕਰਦਾ। ਤੁਸੀਂ ਟਾਊਨ ਹਾਊਸ ਵਿੱਚ ਰਹਿੰਦੇ ਆ, ਤੁਹਾਨੂੰ ਕੋਂਡੋ 'ਚ ਰਹਿੰਦੇ ਆ, ਤੁਹਾਨੂੰ ਫੇਰ ਵੀ ਇੰਸ਼ੋਰੈਂਸ ਤੇ ਨਹੀਂ ਲੈਣ ਦੀ ਲੋੜ ਆ, ਜਾਂ ਉਹ ਸਟਾਰਟਾ 'ਚ ਕਵਰ ਹੁੰਦਾ। ਇੱਦਾਂ ਦੇ ਕੁਝ ਸਵਾਲ ਜਿਹੜੇ ਸਾਡੇ ਨੇ, ਅਸੀਂ ਕੰਵਰਵੀਰ ਸਿੰਘ ਹੁਣਾਂ ਨਾਲ AMC ਇੰਸ਼ੋਰੈਂਸ 'ਤੇ ਆਏ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਨੂੰ ਦੱਸਿਓ ਜੀ, ਇਹ ਪਹਿਲੀ ਗੱਲ ਤਾਂ ਇਹ ਦੱਸਿਓ ਵੀ ਬੇਸਮੈਂਟ ਘਰ ਦੇ ਵਿੱਚ ਕੋਈ ਰਹਿ ਰਿਹਾ ਕਿਰਾਏਦਾਰ, ਉਹ ਦੱਸਣਾ ਜ਼ਰੂਰੀ ਹੈ ਇੰਸ਼ੋਰੈਂਸ ਨੂੰ। ਤੁਹਾਡੇ ਜਿਹੜੇ ਕੁਐਸਚਨ ਨੇ ਬਹੁਤ ਹੀ ਵੈਲਿਡ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਅਸੀਂ ਘਰ ਦੀ ਇੰਸ਼ੋਰੈਂਸ ਕਰਦੇ ਹਾਂ ਤੇ ਓਨਰ ਹਮੇਸ਼ਾ ਇਹ ਸੋਚਦਾ ਵੀ ਜਿਹੜੀ ਚੀਜ਼ ਲੀਗਲ ਆ ਅਸੀਂ ਉਹ ਦੱਸੀ ਜਾਵੇ, ਜੇ ਬੇਸਮੈਂਟ ਜਿਹੜੀ ਆ ਉਹ ਇਲੀਗਲ ਆ ਤੇ ਉਹ ਦੱਸਣੀ ਜ਼ਰੂਰੀ ਨਹੀਂ। ਬਟ ਇੰਸ਼ੋਰੈਂਸ ਕੰਪਨੀ ਵਾਸਤੇ ਜ਼ਰੂਰੀ ਆ ਕਿ ਉਹਦੀ ਆਕੂਪੈਂਸੀ, ਅਸੀਂ ਟੈਕਨੀਕਲੀ ਇਹਨੂੰ ਆਕੂਪੈਂਸੀ ਕਹਿ ਦਿੰਦੇ, ਪਰ ਉਹਦੇ ਵਿੱਚ ਜੇ ਆਪਾਂ ਰਾ ਲੈਂਗੁਏਜ ਦੇ ਵਿੱਚ ਵੇਖੀਏ ਤਾਂ ਕਿੰਨੀਆਂ ਫੈਮਲੀਜ਼ ਉੱਥੇ ਰਹਿੰਦੀਆਂ ਨੇ, ਕਿੰਨੀਆਂ ਉੱਥੇ ਕਿਚਨਸ ਨੇ, ਸਪਾਈਸ ਕਿਚਨ ਨੂੰ ਛੱਡ ਕੇ, ਉਹਦੇ 'ਤੇ ਬੇਸ ਕਰਦਾ। ਉਹ ਲੀਗਲ ਆ ਜਾਂ ਇਲੀਗਲ ਆ, ਕੰਪਨੀ ਇਹਦੇ ਨਾਲ ਰਿਲੇਟ ਨਹੀਂ ਕਰਦੀ। ਕੰਪਨੀ ਇਸ ਚੀਜ਼ ਨਾਲ ਰਿਲੇਟ ਕਰਦੀ ਆ ਅਤੇ ਉੱਥੇ ਰਿਸਕ ਕਿੰਨਾ ਐਕਸਪੋਜਰ ਆ। ਮੋਸਟ ਆਫ ਦਾ ਟਾਈਮ ਜਿਹੜੀ ਫਾਇਰ ਹੁੰਦੀ ਆ ਉਹ ਕਿਚਨ ਤੋਂ ਹੀ ਇਨੀਸ਼ੀਏਟ ਹੁੰਦੀ ਹੈ, ਔਰ ਜੇ ਲੀਗਲ ਆ ਜਾਂ ਇਲੀਗਲ ਆ ਕੰਪਨੀ ਨੇ ਬਾਅਦ ਵਿੱਚ ਵੇਖਣਾ ਕਿ ਉਹ ਡਿਕਲੇਅਰ ਕੀਤੀ ਹੈ ਜਾਂ ਨਹੀਂ ਕੀਤੀ। ਸਾਨੂੰ ਹਮੇਸ਼ਾ ਜੇ ਥੱਲੇ ਇੱਕ ਬੇਸਮੈਂਟ ਆ, ਇੱਕ ਜੇ 2 ਆ ਤਾਂ 2 ਉਹ ਡਿਕਲੇਅਰ ਕਰਨੀਆਂ ਚਾਹੀਦੀਆਂ। ਜੇ ਅਸੀਂ ਡਿਕਲੇਅਰ ਨਹੀਂ ਕਰਦੇ ਤਾਂ ਉੱਥੋਂ ਹੋਣ ਵਾਲੇ ਕਿਸੇ ਵੀ ਲਾਸ ਨੂੰ ਕੰਪਨੀ ਜਿਹੜੀ ਡਿਕਲਾਈਨ ਕਰ ਸਕਦੀ ਹੈ। ਇੱਕ ਹੋਰ ਗੱਲ ਮੈਂ ਜ਼ਰੂਰੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਵੀ ਬੇਸਮੈਂਟਸ ਨੇ ਉਹਨਾਂ ਦੇ ਵਿੱਚ
ਓਨਰ ਤੇ ਕਵਰ ਆ, ਲੇਕਿਨ ਟੈਨੈਂਟ ਦਾ ਜਿਹੜਾ ਸਮਾਨ ਹੈ ਉਹ ਕਵਰੇਜ ਕੰਪਨੀ ਨਹੀਂ ਕਰਦੀ, ਤੁਹਾਡੀ ਇੰਸ਼ੋਰੈਂਸ ਕਰ ਰਹੀ ਹੈ, ਤੁਹਾਡੇ ਟੈਨੈਂਟ ਦੀ ਨਹੀਂ ਕਰਦੀ। ਇਸ ਕਰਕੇ ਹਰ ਟੈਨੈਂਟ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਆਪਣੀ ਇੰਸ਼ੋਰੈਂਸ ਲਵੇ, ਆਪਣੀਆਂ ਲਾਇਬਿਲਿਟੀਜ਼ ਲਵੇ, ਤਾਂ ਕਿ ਤੁਸੀਂ ਵੀ ਤੇ ਉਹ ਵੀ ਸੇਫ ਰਹਿ ਸਕੇ। ਮਤਲਬ ਜਿਹੜਾ ਟੈਨੈਂਟ ਰਹਿ ਰਿਹਾ ਬੇਸਮੈਂਟ ਦੇ ਵਿੱਚ ਰੈਂਟ ਦੇ ਉੱਤੇ ਰਹਿ ਰਿਹਾ, ਉਹਨੂੰ ਵੀ ਇੰਸ਼ੋਰੈਂਸ ਬਾਈ ਕਰਨੀ ਚਾਹੀਦੀ ਹੈ? ਹਾਂ, ਮੈਂ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਦੱਸਣਾ ਚਾਹਾਂਗਾ, ਜੇ ਬਾਈ ਚਾਂਸ ਕਿਸੇ ਵੇਲੇ ਵੀ ਵਾਟਰ ਡੈਮੇਜ ਹੋ ਜਾਂਦਾ, ਉਹਦਾ ਸਮਾਨ ਖਰਾਬ ਹੋ ਜਾਂਦਾ ਹੈ, ਤਾਂ ਉਹ ਇੰਸ਼ੋਰੈਂਸ ਕੰਪਨੀ ਜਿਹੜੇ ਘਰ ਦਾ ਜਿਹੜਾ ਓਨਰ ਹੈ ਉਹਦਾ ਸਮਾਨ ਜੇ ਹੋਵੇ ਵਿੱਚ, ਜਾਂ ਉਹਦੇ ਨਾਲ ਕੋਈ ਉਹਦਾ ਫਰਸ਼ ਖਰਾਬ ਹੋਇਆ ਵਾ, ਜਾਂ ਉਹਦੀਆਂ ਕੋਈ ਵਾਲਸ ਖਰਾਬ ਹੋਈਆਂ, ਉਹਨਾਂ ਨੂੰ ਤਾਂ ਕਵਰ ਕਰੂਗੀ, ਲੇਕਿਨ ਜਿਹੜਾ ਟੈਨੈਂਟ ਦਾ ਸਮਾਨ ਹੈ ਉਹ ਨਹੀਂ ਕਵਰ ਕਰਦੇ। ਸੋ ਟੈਨੈਂਟ ਨੂੰ ਆਪਣੀ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਹੈ। ਇੱਕ ਇਹਦੇ 'ਚ ਹੋਰ ਦੱਸਿਓ ਕਿ ਹੋਮ ਵੈਲਿਊ ਦਾ ਕੀ ਮਤਲਬ ਹੁੰਦਾ, ਇਹਦੇ ਨਾਲ ਇੰਸ਼ੋਰੈਂਸ ਦੇ ਉੱਤੇ ਫਰਕ ਪੈਂਦਾ ਜਾਂ ਉਹਦੀ ਸਕੁਅਰ ਫੀਟ ਦਾ ਜ਼ਿਆਦਾ ਮਤਲਬ ਹੁੰਦਾ? ਹੋਮ ਦੀ ਜਿਹੜੀ ਵੈਲਿਊ ਆ, ਇੱਕ ਕੈਲਕੂਲੇਟਰ ਹੁੰਦੇ ਨੇ RCT ਜਾਂ ਪਾਵਰ ਹਾਊਸ, ਉਹਦੇ ਵਿੱਚ ਸਕੁਅਰ ਫਿਟ ਤੇ ਕਿਸ ਤਰ੍ਹਾਂ ਦਾ ਬਣਿਆ ਘਰ ਹੈ, ਉਹ ਜਦੋਂ ਅਸੀਂ ਪਾ ਕੇ ਉਹਨੂੰ ਕੈਲਕੂਲੇਟ ਕਰਦੇ ਹਾਂ, ਉਸ ਵੈਲਿਊ ਜਿਹੜੀ ਆ ਉਹ ਕੈਲਕੂਲੇਟਰ ਅਸੈਪਟੇਬਲ ਆ ਟੂ ਦਾ ਕੰਪਨੀਜ਼। ਸੋ ਉਹਦੇ ਵਿੱਚ ਜਦੋਂ ਅਸੀਂ ਸਕੁਅਰ ਫਿਟ ਕਿਸ ਤਰ੍ਹਾਂ ਦਾ ਬਣਿਆ ਘਰ ਹੈ, ਕਿਸ ਤਰ੍ਹਾਂ ਦੀ ਉਹਦੀ ਛੱਤ ਆ, ਇਨਸਾਈਡ ਕਿਸ ਤਰ੍ਹਾਂ ਦੀ ਆ, ਉਹ ਵੈਲਿਊ ਜਿਹੜੀ ਕੈਲਕੂਲੇਟ ਕਰਦੇ ਉਹ ਆਪਟੀਮਮ ਵੈਲਿਊ ਦੇ ਉੱਤੇ ਇੰਸ਼ੋਰੈਂਸ ਹੋਣੀ ਚਾਹੀਦੀ। ਆਮ ਤੌਰ ਦੇ ਉੱਤੇ ਕਲਾਇੰਟ ਦਾ ਕੁਐਸਚਨ ਹੁੰਦਾ, ਓਨਰ ਦਾ ਕੁਐਸਚਨ ਹੁੰਦਾ ਵੀ ਮੇਰਾ ਘਰ ਤਾਂ ਹਰ ਸਾਲ ਪੁਰਾਣਾ ਹੁੰਦਾ ਜਾਂਦਾ, ਤੁਸੀਂ ਇਹਦੀ ਵੈਲਿਊ ਕਿਉਂ ਵਧਾ ਦਿੰਦੇ ਹੋ? ਇਹ ਬੜਾ ਇੱਕ ਵੈਲਿਡ ਜਿਹਾ ਉਹਨਾਂ ਦਾ ਕੁਐਸਚਨ ਆ, ਕਿਉਂਕਿ ਉਹ ਲੇਮੈਨ ਨੇ। ਲੇਕਿਨ ਜੇ ਤੁਸੀਂ ਕੰਪਨੀ ਨੂੰ ਵੇਖੋ ਤਾਂ ਉਸਨੇ ਸਭ ਤੋਂ ਪਹਿਲੇ ਇਹ ਦੇਖਣਾ ਹੁੰਦਾ ਵਾ ਵੀ ਜੇ ਅੱਜ ਕੁਛ ਹੋ ਜਾਏ ਜਾਂ ਅੱਜ ਤੋਂ 1 ਸਾਲ ਘਰ ਨੂੰ ਹੋ ਜਾਏ ਤਾਂ ਉਹਦੇ 'ਤੇ ਇਨਫਲੇਸ਼ਨ ਐਡ ਹੁੰਦੀ ਹੈ। ਉਹਨੇ ਮਟੀਰੀਅਲ ਨਵੇਂ ਨਾਲ ਰਿਪਲੇਸ ਕਰਨਾ, ਨਾ ਕਿ 30 ਸਾਲ ਜਾਂ 40 ਸਾਲ ਪੁਰਾਣਾ ਘਰ ਦਾ ਸਮਾਨ ਲਿਆ ਕੇ ਲਾਉਣਾ। ਸੋ ਰਿਪਲੇਸਮੈਂਟ ਕਾਸਟ ਜਿਹੜੀ ਹੈ ਹਮੇਸ਼ਾ ਨਵੇਂ ਨਾਲ ਹੁੰਦੀ ਹੈ, ਅਤੇ ਉਹ ਹਰ ਸਾਲ ਜਿਹੜੀ ਜਿੰਨੀ ਕਿ ਇਨਫਲੇਸ਼ਨ ਵੱਧਦੀ ਹੈ ਉਨੀ ਬਿਲਡਿੰਗ ਕਾਸਟ ਜਿਹੜੀ ਆ ਉਹ ਵਧਾਉਂਦੇ ਜਾਂਦੇ। ਸੋ ਉਹਨਾਂ ਲਈ ਮਕਾਨ ਨਵਾਂ ਹੁੰਦਾ ਜਾਂਦਾ, ਸਾਡੇ ਮੁਤਾਬਿਕ ਪੁਰਾਣਾ ਹੁੰਦਾ ਜਾਂਦਾ। ਇੱਕ ਹੋਰ ਦੱਸਿਓ ਇਹਦੇ ਵਿੱਚ ਕਿ ਜੇ ਮੰਨ ਲਓ ਤੁਹਾਡੇ ਜਿਹੜੇ ਸ਼ੀਸ਼ੇ ਲੱਗੇ ਆ ਉਹ ਇੰਸ਼ੋਰੈਂਸ ਕਵਰ ਹੁੰਦੇ ਜਾਂ ਉਹ ਵੱਖਰੇ ਹੁੰਦੇ? ਇਹਦੇ ਬਾਰੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਵੀ ਉਹ ਕਵਰ ਹੋਣਗੇ ਜੇ ਟੁੱਟ ਜਾਣ। ਹਾਂਜੀ, ਜਿਹੜੇ ਸ਼ੀਸ਼ੇ ਨੇ ਉਹ ਕੰਪਨੀਆਂ ਜਿਹੜੀਆਂ ਆਪਣੀਆਂ ਪਾਲਿਸੀਜ਼ ਦੇ ਵਿੱਚ ਵੀ ਕਵਰ ਕਰਦੀ ਹੈ, ਪਰ ਉਹਦੇ ਵਿੱਚ ਡਿਡਕਟੇਬਲ ਹੁੰਦਾ। ਕਈ ਕੰਪਨੀਆਂ $50, ਕਿਸੇ $100। ਬਟ ਜੇ ਉਹੀ ਸ਼ੀਸ਼ੇ ਜਿਹੜੇ ਆ ਇੱਕ ਸੈਪਰੇਟ ਕੰਪਨੀ ਨਾਲ ਇੰਸ਼ੋਰ ਕੀਤੇ ਜਾਣ, ਇਹ ਸਿਰਫ ਡਬਲ ਗਲੇਸ ਬਾਹਰ ਵਾਲੇ ਵਿੰਡੋ ਗਲਾਸਿਸ ਹੁੰਦੇ ਆ, ਜਿਹੜੇ ਕਿ ਨਾ ਉਹ ਸੈਂਡਡ ਹੋਣ, ਨਾ ਉਹ ਕਾਰਵਡ ਹੋਣ, ਨਾ ਉਹ ਫੈਂਸੀ, ਨਾ ਉਹ ਕਲਰਡ ਹੋਣ। ਸਿੰਪਲ ਪਲੇਨ ਜਿਹੜੇ ਵਿੰਡੋਜ਼ ਨੇ ਉਹ ਕਵਰ ਹੁੰਦੀਆਂ। ਪਰ ਜੇ ਅਸੀਂ ਡਿਫਰੈਂਟ ਕੰਪਨੀ ਨਾਲ ਕਰ ਦਿੰਦੇ ਉਹ 'ਚ ਡਿਡਕਟੇਬਲ ਨਹੀਂ ਹੁੰਦਾ। ਜੇ ਅਸੀਂ ਇੰਸ਼ੋਰੈਂਸ ਕੰਪਨੀ ਜਿਹੜੀ ਤੁਹਾਡੇ ਘਰ ਦੀ ਇੰਸ਼ੋਰੈਂਸ ਕਰਦੀ, ਜੇ ਉਹਦੇ ਨਾਲ ਕਵਰ ਕਰਦੇ ਤਾਂ ਉਹਦੇ 'ਚ ਡਿਡਕਟੇਬਲ ਜ਼ਰੂਰ ਹੁੰਦਾ। ਸੋ ਇਟ ਇਜ਼ ਆਲਵੇਜ਼ ਗੁੱਡ $50 ਜਾਂ $60 ਜਾਂ $40 ਦੀ ਪਾਲਿਸੀ ਲੈ ਲੈਣੀ, ਜਿਹਦੇ ਵਿੱਚ ਕੋਈ ਡਿਡਕਟੇਬਲ ਨਹੀਂ ਹੁੰਦਾ। ਜੇ ਤੁਹਾਡਾ ਗਲਾਸ ਕਿਸੇ ਬਾਹਰੋਂ ਮੂਵ ਕਰਦੇ ਪਏ ਹੋ, ਕੋਈ ਵੱਟਾ ਲੱਗਣ ਨਾਲ ਟੁੱਟ ਜਾਂਦਾ ਤਾਂ ਕੰਪਨੀ ਉਹ ਰਿਪਲੇਸ ਕਰਕੇ ਦਿੰਦੀ ਆ ਡਬਲ ਗਲੇਸ ਵਿੰਡੋਜ਼। ਬੱਟਾ ਲੱਗਣ ਨਾਲ ਟੁੱਟ ਜਾਂਦਾ, ਕੋਈ ਬੰਦਾ ਮਸ਼ੀਨ ਚਲਾਉਂਦਾ ਵੱਖਰੀ ਗੱਲ ਆ, ਸਰੀ 'ਚ ਰਹਿੰਦੇ ਆ, ਦੂਜੀ ਤੀਜੇ ਗੋਲੀ ਚੱਲਦੀ ਰਹਿੰਦੀ ਹੈ, ਕੋਈ ਗੋਲੀਆਂ ਮਾਰ ਗਿਆ ਘਰ 'ਤੇ ਪਿੱਛੇ ਜੇ ਹੋਇਆ ਵੀ ਸੀ ਵੀ ਉਹ ਸ਼ੀਸ਼ੇ ਤੋੜ ਗਿਆ ਸਾਰੇ, ਉਹ ਕੰਪਨੀ ਕਵਰ ਕਰਦੀ ਹੈ? ਦੇਖੋ, ਇਹ ਜਿਹੜੀਆਂ ਨੇ ਇਹ ਹਮੇਸ਼ਾ ਇੰਸੀਡੈਂਟ ਟੂ ਇੰਸੀਡੈਂਟ ਕਵਰ ਕਰਦਾ। ਜੇ ਮੰਨ ਲਓ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਫਾਇਰਿੰਗ ਵਰਗੀ ਕੋਈ ਇੰਸੀਡੈਂਟ ਹੋਇਆ, ਰਾਈਟ, ਉਹ ਇੱਕ ਵੈਂਡਲਾਈਜ਼ ਹੈ, ਕਿਸੇ ਨੇ ਏਮ ਕਰਕੇ ਉਹਦੇ ਸਾਰੇ ਘਰ ਦੇ ਸ਼ੀਸ਼ੇ ਤੋੜ ਦਿੱਤੇ, ਰਾਈਟ, ਉਹ ਇੱਕ ਕੰਪਨੀ ਨੂੰ ਇੰਸ਼ੋਰੈਂਸ ਵਾਸਤੇ ਜਾਏਗਾ, ਕਿਉਂਕਿ ਉਹਦਾ ਸਾਰਾ ਇਕੱਲਾ ਸ਼ੀਸ਼ਾ ਹੀ ਨਹੀਂ ਟੁੱਟਿਆ ਹੋਊਗਾ, ਅੰਦਰ ਵੀ ਕੋਈ ਨੁਕਸਾਨ ਹੋਇਆ ਹੋਊਗਾ, ਰਾਈਟ। ਉਹ ਫਿਰ ਉਹਨੂੰ ਅਸੀਂ ਇੰਸ਼ੋਰੈਂਸ ਕੰਪਨੀ ਨੂੰ ਕਵਾਂਗੇ, ਉਹ ਉਹਨੂੰ ਫਿਕਸ ਕਰਨਗੇ। ਗਲਾਸ ਜਿਹੜਾ ਵਾ 1 ਟੁੱਟ ਸਕਦਾ, 2 ਟੁੱਟ ਸਕਦਾ, ਪਰ ਜੇ ਫਾਇਰਿੰਗ ਹੋਈ ਹੈ ਤਾਂ ਮੇਬੀ ਉਹਦੇ 10-15 ਜਾਂ ਸਾਰੇ ਗਲਾਸ ਤੋੜ ਦਿੱਤੇ ਜਾਣ, ਉਹ ਵੈਂਡਲਿਜ਼ਮ ਹੋਏਗਾ। ਤੇ ਜਿਹੜਾ ਨੈਚੁਰਲ ਡਿਜ਼ਾਸਟਰ ਆ, ਐਬਸਫੋਰਡ ਫਰੇਜ਼ਰ ਵੈਲੀ ਦੇ ਵਿੱਚ ਹੜ੍ਹ ਆ ਗਏ, ਲੋਕਾਂ ਨੇ ਬਹੁਤ ਸੋਹਣੇ ਸੋਹਣੇ ਘਰ ਪਾਏ ਸੀ, ਤਬਾਹ ਹੋ ਗਏ। ਉਹ ਰੌਲਾ ਇਹ ਪਾਉਂਦੇ ਸੀ ਵੀ ਕੰਪਨੀਆਂ ਹੁਣ ਬਾਂਹ ਨਹੀਂ ਫੜ ਰਹੀਆਂ, ਇੰਸ਼ੋਰੈਂਸ ਵਾਲੇ ਕੁਝ ਨਹੀਂ ਕਰ ਰਹੇ। ਉੱਥੇ ਕੀ ਮਾਮਲਾ ਹੁੰਦਾ ਜੀ? ਹੜ੍ਹ ਜਾਂ ਅਰਥਕੁਏਕ, ਇਹਨੂੰ ਕੋਈ ਵੱਖਰਾ ਹਿਸਾਬ ਹੁੰਦਾ ਇਹਦਾ? ਇਹ ਹਮੇਸ਼ਾ ਇੰਡੋਰਸਮੈਂਟਸ ਹੁੰਦੀਆਂ। ਹੜ੍ਹ ਜਿਹੜਾ ਵਾ ਓਵਰਲੈਂਡ ਵਾਟਰ ਦੇ ਵਿੱਚ ਕਵਰ ਹੁੰਦਾ, ਔਰ ਜਿਹੜਾ ਅਰਥਕੁਏਕ ਆ ਉਹ ਵੀ ਇੱਕ ਇੰਡੋਰਸਮੈਂਟ ਆ। ਜੇ ਅਸੀਂ ਬਾਏ ਕਰਦੇ ਹਾਂ ਔਰ ਕੰਪਨੀਆਂ ਉਸ ਪੋਸਟਲ ਕੋਡ 'ਚ ਦਿੰਦੀਆਂ ਹੋਣ ਤਾਂ ਜ਼ਰੂਰ ਉਹ ਬੰਦਾ ਜਿਹੜਾ ਵਾ ਉਹ ਬਾਏ ਕਰ ਸਕਦਾ ਹੁੰਦਾ। ਓਵਰਲੈਂਡ ਵਾਟਰ ਜਾਂ ਫਲੱਡ ਜਿਹੜਾ ਵਾ ਉਹ ਕਈ ਥਾਵਾਂ ਦੇ ਉੱਤੇ ਬਹੁਤ ਮਹਿੰਗਾ ਹੁੰਦਾ, ਜਿੱਥੇ ਚਾਂਸਸ ਜ਼ਿਆਦਾ ਆਉਣ ਦੇ ਹੁੰਦੇ, ਕਈਆਂ ਥਾਵਾਂ ਦੇ ਉੱਤੇ ਬਹੁਤ ਨੋਮੀਨਲ ਜਿਹਾ ਹੁੰਦਾ। ਸੋ ਮੈਂ ਤਾਂ ਹਮੇਸ਼ਾ ਇਹ ਕਹਾਂਗਾ ਵੀ ਤੁਸੀਂ ਜਦੋਂ ਵੀ ਕੋਈ ਪਾਲਿਸੀ ਬਾਏ ਕਰਦੇ ਹੋ ਉਹਦੇ ਇਨ ਐਂਡ ਆਊਟਸ ਜਿਹੜੇ ਆਪਣੇ ਬਰੋਕਰ ਨਾਲ ਜ਼ਰੂਰ ਕਨਫਰਮ ਕਰੋ, ਕਿਉਂਕਿ ਜਦੋਂ ਕਲੇਮ ਹੋ ਜਾਂਦਾ ਤਾਂ ਉਹਦੇ ਵਿੱਚ ਕਈ ਕੰਪਲੀਕੇਸ਼ਨਸ ਆਉਂਦੀਆਂ, ਕਿਉਂਕਿ ਇਹ ਐਂਡੋਰਸਮੈਂਟਸ ਨੇ, ਇਹਦੇ ਲਈ ਆਪਾਂ ਨੂੰ ਵੱਖਰਾ ਪ੍ਰੀਮੀਅਮ ਪੇ ਕਰਨਾ ਪੈਂਦਾ ਤਾਂ ਇਹ ਕਵਰੇਜ ਮਿਲਦੀ। ਕੋਈ ਹੋਰ ਨੁਕਤਾ ਜਿਹੜਾ ਆਮ ਤੌਰ ਤੇ ਲੋਕ ਹੋਮ ਇੰਸ਼ੋਰੈਂਸ ਕਰਾਉਣ ਵਾਲੇ ਭੁੱਲ ਜਾਂਦੇ ਜਾਂ ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਜਾਂ ਕਿਹੜੀਆਂ ਬੇਸਿਕ ਗੱਲਾਂ ਕਿਹੜੀਆਂ ਹੁੰਦੀਆਂ ਜਿਹਦੇ ਉੱਤੇ ਇਹ ਬੇਸ ਕਰਦੀ ਸਾਰੀ ਗੱਲ? ਬੇਸਿਕ ਗੱਲਾਂ ਤਾਂ ਇਹ ਹੈ ਜੀ, ਜਿਹੜੇ ਵੀ ਤੁਹਾਡੇ ਕੋਲ ਫੈਕਟ ਹੈ
ਉਹ ਹਮੇਸ਼ਾ ਆਪਣੇ ਬ੍ਰੋਕਰ ਨਾਲ ਜਿਹੜੇ ਆ ਉਹ ਤੁਸੀਂ ਸਾਂਝੇ ਕਰੋ। ਜੇ ਤੁਸੀਂ ਬ੍ਰੋਕਰ ਨਾਲ ਆਪਣੇ ਫੈਕਟ ਜਿਹੜੇ ਆ ਉਹ ਕੰਸੀਲ ਕਰ ਲੈਂਦੇ ਹੋ, ਦੱਸਦੇ ਨਹੀਂ। ਹੁਣ ਫਾਰ ਐਗਜ਼ਾਮਪਲ ਜੇ ਕਿਸੇ ਦੀ ਬੇਸਮੈਂਟ ਦੇ ਵਿੱਚ ਅਨਰਿਲੇਟਡ ਇੰਡੀਵਿਜੂਅਲ ਰਹਿੰਦੇ ਨੇ, 5-7 ਜਾਣੇ ਰਹਿੰਦੇ ਨੇ, ਰਾਈਟ, ਅਤੇ ਉਹ ਡਿਸਕਲੋਜ਼ ਕਰਨਾ ਚਾਹੀਦਾ, ਕਿਉਂਕਿ ਕੰਪਨੀਆਂ ਜਿਹੜੀਆਂ ਕਈ 2 ਅਤੇ ਕਈ 3 ਡਿਪੈਂਡਿੰਗ ਅਪੋਨ ਦਾ ਕੰਪਨੀ ਟੂ ਕੰਪਨੀ 2 ਜਾਂ 3 ਬੰਦੇ ਅਨਰਿਲੇਟਡ ਜਿਹੜੇ ਉਹ ਕਵਰ ਕਰਦੀਆਂ। ਜੇ ਉਸ ਨਾਲੋਂ ਜ਼ਿਆਦਾ ਤਾਂ ਤੁਸੀਂ ਦੱਸੋ, ਉਹਦੀ ਇੰਸ਼ੋਰੈਂਸ ਹੋਰ ਕੰਪਨੀ ਕਰ ਦੇਗੀ, ਥੋੜ੍ਹੀ ਮਹਿੰਗੀ ਹੋ ਸਕਦੀ ਬਟ ਕਰੈਕਟ ਹੋਏਗੀ, ਕਿਉਂਕਿ ਜੇ ਕੱਲ੍ਹ ਨੂੰ ਕੁਝ ਨੁਕਸਾਨ ਹੋ ਜਾਂਦਾ ਉਹਦੀ ਕਵਰੇਜ ਮਿਲ ਸਕਦੀ ਹੁੰਦੀ ਹੈ। ਇੱਕ ਵਾਰੀ ਫਿਰ ਸਾਨੂੰ ਕੌਂਡੋ ਤੇ ਟਾਊਨ ਹਾਊਸ ਬਾਰੇ ਦੱਸਿਓ ਜੀ, ਉਹਦੇ ਲਈ ਕੀ ਇੰਸ਼ੋਰੈਂਸ ਹੁੰਦੀ ਹੈ, ਉਹ ਸਟਾਟਾ ਕਵਰ ਕਰਦੀ ਹੈ? ਹਾਂ, ਕੌਂਡੋ ਐਂਡ ਟਾਊਨ ਹੋਮ ਪਿਛਲੇ ਕੁਝ ਸਾਲਾਂ ਦੇ ਉੱਤੋਂ ਜਿਹੜੇ ਉਹਨਾਂ ਦੇ ਡਿਡਕਟੇਬਲਸ ਨੇ, ਜਿਹਨੂੰ ਅਸੀਂ ਵਾਟਰ ਡੈਮੇਜ, ਸੀਵਰ ਬੈਕਅਪ, ਜਾਂ ਅਸੀਂ ਕਹਿ ਸਕਦੇ ਹਾਂ ਵੀ ਫਲੱਡ ਦੇ ਜਿਹੜੇ ਡਿਡਕਟੇਬਲਸ ਨੇ ਉਹ ਬੜੇ ਹਾਇਰ ਨੇ। ਉਹਨਾਂ ਦੀ ਜਿਹੜੀ ਪੇਰੈਂਟ ਕੰਪਨੀ ਹੈ, ਜਿਹੜੀ ਉਹਨਾਂ ਦੇ ਸਟਾਟਾ ਦੀ ਸਾਰੀ ਬਿਲਡਿੰਗ ਨੂੰ ਕਵਰ ਕਰਦੀ ਹੈ, ਉਹਦੇ ਵਿੱਚੋਂ ਡਿਡਕਟੇਬਲ 25,000 ਹੋ ਸਕਦਾ, 50,000 ਹੋ ਸਕਦਾ, ਸਾਡੇ ਵੇਖਣ 'ਚ ਆਇਆ 2.5 ਲੱਖ ਤੱਕ ਵੀ ਡਿਡਕਟੇਬਲ ਹੁੰਦੇ ਨੇ। ਜੇ ਮੰਨ ਲਓ ਕੋਈ ਵਾਟਰ ਡੈਮੇਜ ਹੋ ਜਾਂਦਾ ਤਾਂ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਨੇ ਉਹਨੂੰ 2.5 ਲੱਖ ਤੱਕ ਜਾਂ 25,000 ਤੱਕ ਜਾਂ 50, ਜੋ ਵੀ ਉਹਨਾਂ ਦਾ ਡਿਡਕਟੇਬਲ ਆ, ਉਹਦੇ ਤੋਂ ਬਾਅਦ ਸ਼ੁਰੂ ਕਰਨਾ ਹੁੰਦਾ ਵਾ ਵੀ ਇਹਨੂੰ ਅਸੀਂ ਕਵਰੇਜ ਦੇਵਾਂਗੇ। ਬਟ ਜੇ ਤੁਸੀਂ ਕਵਰੇਜ ਲਈ ਹੋਈ ਆ ਤਾਂ ਤੁਹਾਡਾ 500 ਜਾਂ $1,000 ਡਿਡਕਟੇਬਲ, ਬਾਕੀ ਤੁਹਾਡੀ ਕੰਪਨੀ ਕਵਰ ਕਰਦੀ। ਬਟ ਜੇ ਤੁਸੀਂ ਬਿਲਕੁਲ ਕੋਈ ਇੰਸ਼ੋਰੈਂਸ ਨਹੀਂ ਲਈ ਹੋਈ ਤਾਂ ਫਿਰ ਉਹ ਡਿਡਕਟੇਬਲ ਤੁਹਾਨੂੰ ਪੇ ਕਰਨਾ ਪੈਂਦਾ। ਸੋ ਟਾਊਨ ਹੋਮ, ਕੌਂਡੋਮੀਨੀਅਮਸ, ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਜਿਹੜੇ ਅਪਾਰਟਮੈਂਟ ਲੈਂਦੇ ਆ, ਉਹਨਾਂ ਦੀ ਪੋਲਿਸੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਉਹ ਆਪਣੇ ਬ੍ਰੋਕਰ ਨੂੰ ਲਿਆ ਕੇ ਵਿਖਾਉਣੀ ਚਾਹੀਦੀ ਹੈ, ਤਾਂ ਕਿ ਉਹਨੂੰ ਆਪਟੀਮਮ ਕਵਰੇਜ ਮਿਲ ਸਕੇ। ਜਿਹੜੇ ਬਜ਼ੁਰਗ ਰਹਿੰਦੇ ਆ ਘਰਾਂ ਦੇ ਵਿੱਚ, ਉਹਨਾਂ ਦਾ ਵੀ ਇਹਦੇ ਨਾਲ ਕੋਈ ਸੰਬੰਧ ਹੁੰਦਾ ਜੀ, ਹੋਮ ਇੰਸ਼ੋਰੈਂਸ ਦੇ ਨਾਲ? ਕੁਛ ਕੰਪਨੀਆਂ ਨੇ ਜੇ ਬਜ਼ੁਰਗ ਟਾਈਟਲ 'ਤੇ ਨਹੀਂ ਹੈ ਅਤੇ ਉਹ ਤਾਂ ਵੀ ਉਹਨਾਂ ਦਾ ਡਿਸਕਾਊਂਟ ਦਿੰਦੇ। ਬਟ ਇਹ ਮੇਕ ਸ਼ੋਰ ਕਰਨਾ ਚਾਹੀਦਾ ਵਾ ਵੀ ਮੋਸਟ ਆਫ ਦਾ ਈਅਰ ਜਿਹੜੇ ਤੁਹਾਡੇ ਸੀਨੀਅਰ ਨੇ ਉਹ ਘਰ 'ਚ ਰਹਿੰਦੇ ਹੋਣ। ਕਈ ਵਾਰੀ ਹੁੰਦਾ ਵਾ ਵੀ ਕੋਈ ਵਿਜ਼ਟਰ ਆਇਆ, 2 ਮਹੀਨੇ ਆਇਆ, 3 ਮਹੀਨੇ ਆਇਆ, ਡਜ਼ਨਟ ਵਰਕ, ਉਹ ਨਹੀਂ ਕੰਮ ਕਰਦਾ। ਲੇਕਿਨ ਇਹ ਆ ਵੀ ਮੋਸਟ ਆਫ ਦਾ ਟਾਈਮ ਜੇ ਉਹ ਸਾਲ ਦੇ ਵਿੱਚ ਤੁਹਾਡੇ ਨਾਲ ਰਹਿੰਦੇ ਨੇ, ਉਹਦਾ ਕੁਛ ਕੰਪਨੀਆਂ ਡਿਸਕਾਊਂਟ ਦਿੰਦੀਆਂ, ਸਾਰੀਆਂ ਨਹੀਂ ਜੀ। ਆਖਰ ਦੇ ਵਿੱਚ ਆਪਣਾ ਕੰਟੈਕਟ ਨੰਬਰ, ਤੇ ਜੇ ਲੋਕਾਂ ਦਾ ਕੋਈ ਸਵਾਲ ਹੋਵੇ ਦਰਸ਼ਕਾਂ ਦਾ, ਉਹ ਤੁਹਾਨੂੰ ਕਿਹੜੇ ਨੰਬਰ 'ਤੇ ਕਾਲ ਕਰਨੀ? ਉਹ AMC ਦੇ ਵਿੱਚ ਸਾਡੇ ਹੈੱਡ ਆਫਿਸ ਜਾਂ ਸਾਡੀ ਕਿਸੇ ਵੀ ਬ੍ਰਾਂਚ ਨਾਲ ਕੰਟੈਕਟ ਕਰ ਸਕਦੇ ਨੇ। ਸਾਡਾ ਹੈੱਡ ਆਫਿਸ ਦਾ ਨੰਬਰ ਹੈ 604-507-6666। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਹੈ ਔਰ ਬਹੁਤ ਹੀ ਮਹੱਤਵਪੂਰਨ ਗੱਲਾਂ ਜਿਹੜੀਆਂ ਬੜੀਆਂ ਸਧਾਰਨ ਲੱਗਦੀਆਂ ਅਤੇ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਕੋਈ ਵੀ ਤੁਹਾਡਾ ਹੋਰ ਸਵਾਲ ਇਸ ਮਾਮਲੇ ਦੇ ਵਿੱਚ ਹੋਵੇ, ਤੁਸੀਂ ਕਿਸੇ ਵੇਲੇ ਵੀ AMC ਇੰਸ਼ੋਰੈਂਸ 'ਤੇ ਕਾਲ ਕਰ ਸਕਦੇ ਹੋ, ਆ ਸਕਦੇ ਹੋ ਇਹਨਾਂ ਦੀ ਕਿਸੇ ਬ੍ਰਾਂਚ ਦੇ ਉੱਤੇ, ਉੱਥੋਂ ਜਾਣਕਾਰੀ ਲੈ ਸਕਦੇ ਹੋ। ਔਰ ਇਹ ਜਾਣਕਾਰੀ ਫੋਨ ਕਾਲ ਜਾਂ ਨਾਲ ਮੀਟਿੰਗ ਬਿਲਕੁਲ ਫ੍ਰੀ ਹੈ, ਤੁਹਾਨੂੰ ਸਾਰੀ ਇਨਫੋਰਮੇਸ਼ਨ ਇਹ ਦੇਣਗੇ। ਕੈਮਰਾਮੈਨ ਨਵਿੰਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਦੋਸਤੋ, ਅੱਜ ਅਸੀਂ ਗੱਲਬਾਤ ਕਰਨੀ ਹੈ ਰਾਜ ਝਿੰਜਰ ਹੋਣਾ ਦੇ ਨਾਲ। ਰਾਜ ਝਿੰਜਰ ਹੋਣਾ ਨਾਲ ਗੱਲਬਾਤ ਕਰਨ ਦਾ ਸਬਬ ਕੀ ਆ? ਇਹ ਐਕਟਰ ਨੇ, ਪੰਜਾਬੀ ਫਿਲਮਾਂ ਦੇ ਵਿੱਚ ਇਹਨਾਂ ਨੇ ਐਕਟਿੰਗ ਕੀਤੀ ਆ। ਰਾਜੀਵ ਕੁਮਾਰ ਦੀ ਫਿਲਮ ਨਾਬਰ, ਡਾਕੂਆਂ ਦਾ ਮੁੰਡਾ ਹੁਣ ਇਹਨਾਂ ਦੀ ਫਿਲਮ ਰਿਲੀਜ਼ ਹੋਣੀ ਆ। ਇਸੇ ਤਰ੍ਹਾਂ ਜਿਹੜੀ ਸਿਕੰਦਰ ਸੀਗੀ ਜਤਿੰਦਰ ਮੌਰ ਦੀ, ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ। ਦੂਜੀ ਖਾਸ ਗੱਲ ਇਹ ਆ, ਇੰਡੀਆ ਦੇ ਵਿੱਚ ਜਨਮ ਹੁੰਦਾ ਇਹਨਾਂ ਦਾ, 96 ਦੇ ਵਿੱਚ ਹਾਂਗਕਾਂਗ ਮੂਵ ਕਰ ਜਾਂਦੇ ਨੇ, ਫਿਰ ਵਾਪਸ ਮੁੰਬਈ ਜਾਂਦੇ ਆ। ਮੁੰਬਈ ਜਾ ਕੇ ਐਕਟਿੰਗ ਸਿੱਖਦੇ ਆ ਬਾਕਾਇਦਾ, ਅਤੇ ਫਿਰ ਹੁਣ ਅੱਗੇ ਜਿਹੜੇ ਪ੍ਰੋਜੈਕਟ ਆ ਉਹ ਇੱਥੇ ਕਰ ਰਹੇ ਆ। ਅੱਜ ਕੱਲ੍ਹ ਕੈਨੇਡਾ ਦੇ ਵਿੱਚ ਆਏ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ। ਰਾਜੀ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਰਾਜ ਸਿੰਘ ਝਿੰਜਰ ਵੱਲੋਂ ਬਹੁਤ ਬਹੁਤ ਪਿਆਰ। ਰਾਜੀ, ਆਮ ਤੌਰ ਦੇ ਉੱਤੇ ਪੰਜਾਬੀ ਫਿਲਮਾਂ ਦੇ ਵਿੱਚ ਬਹੁਤੇ ਐਕਟਰ ਜਿਹੜੇ ਲੀਡ ਰੋਲ ਕਰਦੇ ਆ ਉਹ ਸਿੰਗਰ ਹੁੰਦੇ ਆ। ਸਿੰਗਰ ਤੋਂ ਬਿਨਾਂ ਕਿਸੇ ਐਕਟਰ ਦਾ ਸਕੋਪ ਹੋਊਗਾ ਪੰਜਾਬੀ ਫਿਲਮਾਂ 'ਚ? ਬਿਲਕੁਲ ਜੀ। ਹੁਣ ਜਿਵੇਂ ਬਹੁਤ ਸਾਰੇ ਐਕਟਰ ਕਰ ਰਹੇ ਆ ਕੰਮ ਇਸ ਵਕਤ, ਜਿਵੇਂ ਦੇਵ ਖਰੋੜ ਬਾਈ ਹੈਗਾ, ਤਾਂ ਧੀਰਜ ਹੈ, ਜਗਜੀਤ ਸੰਧੂ ਹੈ, ਸਾਰੇ ਹੀ ਮਤਲਬ ਮੁੰਡੇ ਜਿਹੜੇ ਆਏ ਆ ਵਧੀਆ ਕੰਮ ਕਰ ਰਹੇ ਆ ਅਤੇ ਲੀਡ 'ਚ ਵੀ ਕਰ ਰਹੇ ਆ। ਤਾਂ ਹੁਣ ਸਿਨੇਮਾ ਵੀ ਉਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਗਿਆ, ਕੰਟੈਂਟ ਬੇਸਡ ਬਣਨਾ ਸ਼ੁਰੂ ਹੋ ਗਿਆ, ਜਿਹਦੇ ਵਿੱਚ ਐਕਟਰਾਂ ਦੀ ਬਹੁਤ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਵੀ ਸਿੰਗਰ ਵਧੀਆ ਐਕਟਰ ਨਹੀਂ, ਬਹੁਤ ਵਧੀਆ ਵਧੀਆ ਐਕਟਰ ਸਿੰਗਰਾਂ 'ਚ ਵੀ ਹੈਗੇ, ਤਾਂ ਉਹ ਕੰਮ ਵੀ ਕਰ ਰਹੇ ਆ। ਤਾਂ ਮੈਨੂੰ ਲੱਗਦਾ ਵੀ ਐਕਟਰਾਂ ਦਾ ਵੀ ਹੁਣ ਓਡਾ ਹੀ ਸਕੋਪ ਬਣ ਗਿਆ। ਜਿਹੜੀਆਂ ਤੁਹਾਡੀਆਂ ਮੈਂ ਫਿਲਮਾਂ ਦੇ ਕੁਛ ਨਾਂ ਲਿਆ, ਨਾਬਰ, ਸਿਕੰਦਰ, ਜਿਹਦਾ ਸਰਸਾ ਸੀ ਪਹਿਲਾ ਨਾਂ, ਮੁੜ ਕੇ ਹੁਣ ਡਾਕੂਆਂ ਦਾ ਮੁੰਡਾ, ਹੋਰ ਪ੍ਰੋਜੈਕਟ, ਇਹ ਥੋੜ੍ਹਾ ਜਿਹਾ ਇਹਨੂੰ ਪੈਰਲਲ ਸਿਨੇਮਾ ਕਹਿੰਦੇ ਆ, ਇਹ ਉਹਨਾਂ ਤੋਂ ਹਟਵਾਂ ਹੈ ਜਾਂ ਕਮਰਸ਼ੀਅਲ ਵੀ ਆ? ਮੈਨੂੰ ਲੱਗਦਾ ਫਿਲਮ ਹੁੰਦੀ ਕਮਰਸ਼ੀਅਲ ਆਈ ਹੈ ਨਾ, ਉਹਦਾ ਕੰਮ ਹੀ ਕਮਰਸ਼ੀਅਲਾਈਜ਼ ਬਿਜ਼ਨਸ ਕਰਨਾ ਹੁੰਦਾ ਗਾ। ਫਿਲਮਾਂ ਸਾਰੀਆਂ ਕਮਰਸ਼ੀਅਲ ਹੁੰਦੀਆਂ ਗੀਆਂ ਅਤੇ ਜੋਨਰ ਹੁੰਦੇ ਅੱਡ ਅੱਡ। ਤਾਂ ਹੁਣ ਮੈਨੂੰ ਲੱਗਦਾ ਵੀ ਹਰ ਤਰ੍ਹਾਂ ਦਾ ਜੋਨਰ ਇਸ ਵਕਤ ਹੈ ਜਿਹੜਾ ਕੰਟੈਂਪਰੇਰੀ ਸਿਨੇਮਾ ਉਹਦੇ 'ਚ ਬਣ ਰਿਹਾ ਹੈਗਾ, ਅਤੇ ਜਿਹੜਾ ਕਿ ਇੱਕ ਚੰਗਾ ਸਾਈਨ ਹੈ, ਜਿਹਦੇ ਨਾਲ ਆਪਣਾ ਪੰਜਾਬੀ ਸਿਨੇਮਾ ਵੀ ਹੁਣ ਬਹੁਤ ਉੱਪਰ ਆ ਰਿਹਾ ਹੈਗਾ। ਤੁਸੀਂ ਇੰਡੀਆ ਸੀਗੇ, ਹਾਂਗਕਾਂਗ ਮੂਵ ਹੋ ਗਿਆ, ਬਾਅਦ ਦੇ ਵਿੱਚ ਫਿਰ ਹੁਣ ਮੁੰਬਈ ਚਲੇ ਗਏ ਵਾਪਸ। ਉੱਥੇ ਤੁਸੀਂ ਐਕਟਿੰਗ ਸਕੂਲਸ ਤੋਂ ਜਿਹੜੀ ਐਕਟਿੰਗ ਸਿੱਖ ਰਹੇ ਆ, ਕਿੰਨੀ ਕੁ ਲੋੜ ਹੁੰਦੀ ਹੈ ਟ੍ਰੇਨਿੰਗ ਦੀ, ਜਾਂ ਇਹਦੇ ਤੋਂ ਬਿਨਾਂ ਵੀ ਐਕਟਰ ਬਣਿਆ ਜਾ ਸਕਦਾ?
ਨਹੀਂ, ਮੈਨੂੰ ਲੱਗਦਾ ਵੀ ਜਿਵੇਂ ਸਿੰਗਿੰਗ ਹੈਗੀ, ਕੁਛ ਤਾਂ ਬੰਦੇ ਦੇ ਅੰਦਰ ਹੀ ਹੁੰਦੀ ਹੈ ਅਤੇ ਫਿਰ ਉਹਨੂੰ ਨਿਖਾਰਦਾ ਸਿੱਖਦਾ ਬੰਦਾ। ਤਾਂ ਉਵੇਂ ਐਕਟਿੰਗ ਵੀ ਮੈਨੂੰ ਲੱਗਦਾ ਵੀ ਤੁਹਾਡੇ ਅੰਦਰ ਹੀ ਹੁੰਦੀ ਹੈ, ਤੁਹਾਡੇ ਜਨਮ ਤੋਂ, ਬਚਪਨ ਤੋਂ ਹੀ ਪਤਾ ਲੱਗ ਜਾਂਦਾ ਤੁਹਾਨੂੰ ਵੀ ਤੁਸੀਂ ਕੀ ਕਰ ਸਕਦੇ ਹੋ। ਤਾਂ ਪਰ ਫਿਰ ਵੀ ਪੋਲਿਸ਼ ਕਰਨ ਲਈ ਇੱਕ ਟ੍ਰੇਨਿੰਗ ਜ਼ਰੂਰੀ ਆ, ਕਿਉਂਕਿ ਜੇ ਆਉਂਦੀ ਵੀ ਐਕਟਿੰਗ ਤਾਂ ਟੈਕਨੀਕਲ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕੈਮਰਾ ਫੇਸ ਕਰਨਾ ਇਹ ਉਹ। ਤਾਂ ਮੈਨੂੰ ਲੱਗਦਾ ਇੱਕ ਟ੍ਰੇਨਿੰਗ ਜ਼ਰੂਰੀ ਆ। ਜਿਵੇਂ ਕਈ ਮੁੰਡੇ ਥੀਏਟਰ ਕਰਕੇ ਆਏ ਹੋਏ ਹੈਗੇ, ਅਨਫੋਰਚੂਨੇਟਲੀ ਮੈਨੂੰ ਉਹ ਸਬੱਬ ਮੇਰਾ ਕਦੇ ਨਹੀਂ ਬਣਿਆ ਲਾਈਫ ਦੇ ਵਿੱਚ, ਅਤੇ ਇਸ ਕਰਕੇ ਮੈਂ ਫਿਰ ਇਸ ਰਸਤੇ ਆਇਆ ਵੀ ਮੈਂ ਬੰਬੇ ਜਾ ਕੇ ਟ੍ਰੇਨਿੰਗ ਲਈ। ਮਧੂਮਤੀ ਡਾਂਸ ਐਂਡ ਐਕਟਿੰਗ ਅਕੈਡਮੀ ਤੋਂ ਮੈਂ ਟ੍ਰੇਨਿੰਗ ਲਈ ਸੀਗੀ। ਤਾਂ ਮੈਨੂੰ ਲੱਗਦਾ ਜ਼ਰੂਰੀ ਹੈ ਟ੍ਰੇਨਿੰਗ ਤਾਂ। ਅੱਛਾ, ਤੁਸੀਂ ਪਹਿਲਾਂ ਇਹ ਦੱਸਿਓ, ਤੁਸੀਂ ਹੁਣ ਸਿਟੀਜ਼ਨ ਕਿੱਥੇ ਦੇ ਹੋ? ਇੰਡੀਆ ਦੇ, ਹਾਂਗਕਾਂਗ ਦੇ, ਕੈਨੇਡਾ ਦੇ, ਕਿੱਥੇ ਦੇ ਸਿਟੀਜ਼ਨ ਹੋ ਜੀ? ਮੈਂ ਹਾਂਗਕਾਂਗ ਦਾ ਹੀ ਸਿਟੀਜ਼ਨ ਹਾਂ ਜੀ। ਅਤੇ ਪਰ ਜਿਵੇਂ ਹੁਣ ਸਿਨੇਮਾ ਗਲੋਬਲੀ ਹਰ ਜਗ੍ਹਾ ਬਣ ਰਿਹਾ, ਇੰਗਲੈਂਡ 'ਚ ਇੰਨੀਆਂ ਫਿਲਮਾਂ ਬਣ ਰਹੀਆਂ ਹੈਗੀਆਂ, ਈਵਨ ਕੈਨੇਡਾ 'ਚ ਮੈਂ ਇੱਥੇ 2 ਫਿਲਮਾਂ ਕਰ ਰਿਹਾ ਜੀ, ਹੈ ਨਾ, ਇੱਥੇ ਵੀ ਬਣ ਰਹੀਆਂ। ਤਾਂ ਮੈਨੂੰ ਲੱਗਦਾ ਕੋਈ ਉਹਦਾ ਉਹ ਨਹੀਂ ਰਿਹਾ, ਮੈਨੂੰ ਲੱਗਦਾ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਕਿੱਥੋਂ ਦੇ ਹੋ, ਤਾਂ ਹੁਣ ਸਾਰੇ ਪਾਸੇ ਹੀ ਕੰਮ ਕਰ ਰਹੇ ਹਾਂ। ਬਹੁਤ ਸਾਰੇ ਨਵੇਂ ਮੁੰਡੇ ਆ ਫਿਲਮਾਂ ਦੇ ਵਿੱਚ ਆਉਣਾ ਚਾਹੁੰਦੇ ਆ, ਐਜ਼ ਅ ਹੀਰੋ ਆ ਸਕਦੇ? ਫਿਰ ਮੇਰਾ ਸਵਾਲ ਉਹੀ ਆ, ਕਿੰਨੇ ਕੁ ਚਾਂਸਸ ਆ? ਮੈਨੂੰ ਲੱਗਦਾ ਵੀ ਹੀਰੋ ਨਾਲੋਂ ਪਰਫੈਕਸ਼ਨ ਹੋਣੀ ਪਹਿਲਾਂ ਜ਼ਰੂਰੀ ਆ, ਤੁਸੀਂ ਐਕਟਰ ਹੋਣੇ ਜ਼ਰੂਰੀ ਆ। ਉਹ ਇੱਕ ਜਰਨੀ ਆ, ਜਿਹੜਾ ਹੀਰੋ ਬਣਨਾ ਉਹ ਪ੍ਰੋਸੈਸ ਹੈ ਇੱਕ, ਹੈ ਨਾ, ਵੀ ਤੁਸੀਂ ਹੀਰੋ ਵੀ ਆਫਕੋਰਸ ਹੁਣ ਦੇਵ ਬਾਈ ਨੇ ਇੰਨੀ ਮਿਹਨਤ ਕੀਤੀ, ਨਵਾਜ਼ੁਦੀਨ ਨੂੰ ਤੁਸੀਂ ਦੇਖੋ ਛੋਟੇ ਛੋਟੇ ਇੱਕ ਸੀਨ ਦੇ ਰੋਲ ਕਰਦਾ ਰਿਹਾ ਹੈਗਾ। ਤਾਂ ਹੀਰੋ ਵੀ ਤੁਸੀਂ ਕਿਸੇ ਦਿਨ ਬਣ ਹੀ ਜਾਓਗੇ ਜੇ ਤੁਹਾਨੂੰ ਅੱਛਾ ਕੰਮ ਆਉਂਦਾ ਗਾ, ਤੁਸੀਂ ਆਪਦੀ ਡਿਮਾਂਡ ਬਣਾਉਣੇ ਹੋ ਵੀ ਹਾਂ ਯਾਰ ਆਹੀ ਮੁੰਡਾ ਲੈਣਾ ਗਾ, ਇਹਨੂੰ ਕੰਮ ਚੰਗਾ ਆਉਂਦਾ, ਐਕਟ ਚੰਗਾ ਆਉਂਦਾ ਗਾ, ਤਾਂ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਹੀਰੋ ਬਣਨਾ ਵੀ। ਬੱਬਰ ਤੁਹਾਡੀ ਫਿਲਮ ਆਈ ਸੀ, ਹੁਣ ਕਿਹੜੇ ਪ੍ਰੋਜੈਕਟ ਲੇਟੈਸਟ ਆਏ ਤੇ ਇੱਥੇ ਤੁਸੀਂ ਕੀ ਸ਼ੂਟ ਕਰ ਰਹੇ ਹੋ ਅੱਜ ਕੱਲ੍ਹ? ਬੱਬਰ ਆਈ ਸੀਗੀ ਜੀ ਹੁਣੇ, ਉਦੋਂ ਬਾਅਦ 'ਚ ਹੁਣ ਡਾਕੂਆਂ ਦਾ ਮੁੰਡਾ 27 ਮਈ ਨੂੰ ਆ ਰਹੀ ਆ। ਮੈਂ ਕਹੂੰਗਾ ਸਾਰੇ ਵੀਰ ਭਾਈਆਂ ਨੂੰ ਵੀ ਤੁਸੀਂ ਜ਼ਰੂਰ ਦੇਖੋ ਫਿਲਮ, ਬਹੁਤ ਹੀ ਮੋਟੀਵੇਸ਼ਨਲ ਫਿਲਮ ਹੈਗੀ, ਜਿਵੇਂ ਕਿ ਪਹਿਲੀ ਸੀਗੀ। ਤਾਂ ਉਸ ਤੋਂ ਬਾਅਦ ਮੈਂ ਇੱਥੇ ਹੁਣ ਗਿੱਪੀ ਬਾਈ ਵਰਗਿਆਂ ਨਾਲ ਆਊਟਲਾ ਕੀਤੀ ਹੈਗੀ। ਹੁਣ ਇੱਕ ਹੋਰ ਫਿਲਮ ਸਟਾਰਟ ਹੋ ਰਹੀ ਹੈ, ਹਜੇ ਮੈਂ ਉਹਦਾ ਕਰ ਨਹੀਂ ਸਕਦਾ ਡਿਸਕਲੋਜ਼, ਅਤੇ ਫਿਲਮਾਂ 4 ਹੋਰ ਫਿਲਮਾਂ ਮੇਰੀਆਂ ਲਾਈਨਅਪ ਹੈ ਜੀ। ਅਤੇ ਇਹ ਹੁਣ ਜਦੋਂ ਕਦੇ ਪੰਜਾਬ ਦੇ ਵਿੱਚ ਬਹੁਤੀ ਸ਼ੂਟਿੰਗ ਹੁੰਦੀ ਸੀ, ਫਿਰ ਬੰਬੇ ਜਾਂਦੇ ਸੀ, ਹੁਣ ਇੱਥੇ ਸਰੀ ਦੇ ਵਿੱਚ ਸਾਡੇ ਬਹੁਤ ਸ਼ੂਟ ਹੁੰਦੀ ਆ। ਇੱਥੇ ਇੰਡਸਟਰੀ ਨੂੰ, ਕੈਨੇਡਾ ਦੇ ਵਿੱਚ ਪਰਟੀਕੁਲਰਲੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਜਦੋਂ ਅਸੀਂ ਪੰਜਾਬ 'ਚ ਗੱਲ ਕਰਦੇ ਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਤਾਂ ਆਫਕੋਰਸ ਇੰਨੀਆਂ ਫਿਲਮਾਂ ਬਣ ਹੀ ਰਹੀਆਂ ਜੀ, ਹੈ ਨਾ, ਸਿਨੇਮਾ ਬਹੁਤ ਬਣ ਰਿਹਾ, ਪ੍ਰੋਡਿਊਸਰ ਪੈਸਾ ਵੀ ਲਾ ਰਹੇ ਆ, ਕਮਾ ਵੀ ਰਹੇ ਆ, ਵਧੀਆ ਬਿਜ਼ਨਸ ਹੋ ਰਿਹਾ। ਈਵਨ ਕੋਵਿਡ ਨੇ ਬਹੁਤ ਜ਼ਿਆਦਾ ਲੱਕ ਭੰਨਤਾ ਸੀਗਾ, ਸਾਰੇ ਪਾਸੇ ਹੀ ਭੰਨਿਆ ਗਿਆ, ਹਰ ਬਿਜ਼ਨਸ ਦਾ ਹੀ ਭੰਨਿਆ ਗਿਆ, ਤਾਂ ਫਿਲਮਾਂ ਦਾ ਵੀ ਭੰਨਿਆ ਗਿਆ ਸੀਗਾ। ਅਤੇ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਅਗਲੀ ਇੰਡਸਟਰੀ ਹੈ ਜਿਹੜੀ, ਜਿਵੇਂ ਕਿ ਇੱਥੇ ਬਹੁਤ ਸਾਰੇ ਐਕਟਰ ਮੂਵ ਹੋ ਗਏ ਹੈਗੇ, ਸਿੰਗਰ ਬਹੁਤ ਸਾਰੇ ਮੂਵ ਹੋ ਗਿਆ, ਤਾਂ ਅਸੀਂ ਮੰਨਦੇ ਹੁੰਦੇ ਹਾਂ ਵੀ ਇਹ ਕੈਨੇਡਾ ਹੀ ਆ। ਅਤੇ ਸਭ ਤੋਂ ਵੱਧ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਮੈਨੂੰ ਲੱਗਿਆ ਵੀ ਵੈਨਕੂਵਰ ਅਤੇ ਸਰੀ ਜ਼ਿਆਦਾ ਕੰਮ ਹੋ ਰਿਹਾ ਹੈਗਾ। ਅਸੀਂ ਅਗਲੀ ਇੰਡਸਟਰੀ ਮਤਲਬ ਸਾਨੂੰ ਐਂ ਲੱਗਦਾ ਵੀ ਜਿੱਥੇ ਵੱਧ ਫਿਲਮਾਂ ਬਣਨੀਆਂ ਪੰਜਾਬੀਆਂ ਦੀਆਂ ਤਾਂ ਉਹ ਕੈਨੇਡਾ ਹੀ ਲੱਗ ਰਿਹਾ। ਬਹੁਤ ਬਹੁਤ ਸ਼ੁਕਰੀਆ ਰਾਜ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਰਾਜ ਝੰਜਰ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ। ਇਹਨਾਂ ਦੇ ਨਾਲ ਗੱਲਬਾਤ ਦੇ ਬਹਾਨੇ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦਾ ਸਕੋਪ ਦੇਖ ਸਕਦੇ ਹੋ। ਜਿਹੜੇ ਵੱਖਰੇ ਵੱਖਰੇ ਜਨਰ ਦੀਆਂ ਫਿਲਮਾਂ ਇੱਥੇ ਬਣ ਰਹੀਆਂ, ਹਿੱਟ ਹੋ ਰਹੀਆਂ, ਉਹਨਾਂ ਦੀ ਚਰਚਾ ਹੋ ਰਹੀ ਹੈ, ਉਹ ਦੇਖ ਰਹੇ ਹੋ। ਅਤੇ ਜਿਹੜੇ ਨਵੇਂ ਲੋਕ ਵੀ ਇਸ ਪਾਸੇ ਆਉਣਾ ਚਾਹੁੰਦੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਸਕੋਪ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ, ਅਤੇ ਉਹਦੇ ਵਿੱਚ ਸਰੀ, ਵੈਨਕੂਵਰ, ਇੱਥੇ ਇੱਕ ਬਹੁਤ ਵੱਡਾ ਸਕੋਪ ਦੇਖਿਆ ਜਾ ਸਕਦਾ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।